ਵਾਹਿਗੁਰੂ ਜੀ। ਥੋੜੀ ਆਵਾਜ਼ ਕਰ ਦੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੌੜੀ ਜਾ ਤੂੰ ਮੇਰੇ ਵੱਲ ਹੈ, ਤਾਂ ਕਿਆ ਮੋਸ਼ੰਦਾ। ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ, ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆ, ਨਹਿ ਮੰਗੈ ਮੰਦਾ। ਲੇਖਾ ਕੋਇ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਸਭੇ ਕਾਜ ਸਵਾਰਿਆ, ਜਾਂ ਤੁਧ ਭਾਵੰਦਾ। ਸਭੇ ਕਾਜ ਸਵਾਰਿਆ, ਜਾਂ ਤੁਧ ਭਾਵੰਦਾ। ਸੁਕਾਉ ਹੋਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪੰਜਵਾ। ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖਨ ਹਾਰੇ। ਜੇਤੋਂ ਲਾਵੈ ਤਿਤ ਹਮ ਲਾਗੈ, ਕਿਆ ਇਹ ਜੰਤ ਵਿਚਾਰੇ। ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ। ਗੁਣ ਗਾਵਾਂ ਨਿਤ ਸੁਆਮੀ, ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖਣ ਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਕੇ, ਗੁਰਬਾਣੀ ਦੇ ਨਿਤਨੇਮ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ।
ਉਸ ਤੋਂ ਉਪਰੰਤ ਗੁਰਬਾਣੀ ਦੇ ਕੀਰਤਨ ਗੁਰੂ ਘਰ ਦੀ ਰੋਜ਼ ਦੀ ਮਰਿਆਦਾ ਅਨੁਸਾਰ ਸਰਵਣ ਕੀਤੇ। ਇਸ ਵੇਲੇ ਸਤਿਗੁਰੂ ਜੀ ਜੋ ਲੜੀਵਾਰ ਕਥਾ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਸ਼ਬਦ ਦਰ ਸ਼ਬਦ ਆਪਾਂ ਇਹ ਕਥਾ ਸਰਵਣ ਕਰਦੇ ਹਾਂ। ਅੱਜ 750 ਅੰਗ ਦੇ ਉੱਪਰ ਪਹੁੰਚੇ ਹਾਂ। ਸੋ ਅੱਜ ਦਾ ਜਿਹੜਾ ਸ਼ਬਦ ਸਾਨੂੰ ਪ੍ਰਾਪਤ ਹੋ ਰਿਹਾ ਹੈ, ਇਹ 750 ਅੰਗ ਦੇ ਉੱਪਰ ਮਹਾਰਾਜ ਨੇ ਅੰਕਿਤ ਕੀਤਾ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਤਿਗੁਰਾਂ ਦੇ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇਹ ਸ਼ਬਦ ਹੈ। ਸੂਹੀ ਰਾਗ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਮਹਾਰਾਜ ਨੇ ਲਿਖੇ ਨੇ। ਉਹਨਾਂ 31 ਰਾਗਾਂ ਦੇ ਵਿੱਚੋਂ ਇੱਕ ਰਾਗ ਇਹ ਸੂਹੀ ਹੈ। ਮਹੱਲਾ ਨਾਮ ਗੁਰਮੁਖੋ ਹੁੰਦਾ ਹੈ ਸਰੂਪ ਦਾ। ਕਿਹੜੇ ਸਰੂਪ 'ਚੋਂ ਬਾਣੀ ਆਈ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਕਿਹੜਾ ਰੂਪ ਹੈ ਜਿਹਨੇ ਇਹ ਸ਼ਬਦ ਉਚਾਰਿਆ ਹੈ? ਅੱਗੇ ਮਹਾਰਾਜ ਨੇ 5 ਅੰਕ ਪਾ ਦਿੱਤਾ ਹੈ। ਭਾਵ ਇਹ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ 5ਵਾਂ ਰੂਪ ਨੇ, 5ਵੀਂ ਥਾਂ 'ਤੇ ਗੁਰਤਾ ਗੱਦੀ 'ਤੇ ਬੈਠੇ, ਤੇ ਗੁਰੂ ਨਾਨਕ ਦੇਵ ਮਹਾਰਾਜ ਦੀ 5ਵਾਂ ਗੁਰਤਾ ਗੱਦੀ 'ਤੇ ਬੈਠਣ ਵਾਲੇ 5ਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ। ਕਹਿਣ ਤੋਂ ਭਾਵ ਇਹ ਹੈ ਵੀ ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਉਚਾਰਿਆ ਹੈ, ਜੋ ਆਪਾਂ ਸਰਵਣ ਕਰਦੇ ਹਾਂ। ਸਗਲ ਤਿਆਗ ਗੁਰ ਸਰਣੀ ਆਇਆ। ਬੇਨਤੀ ਇਸ ਤਰ੍ਹਾਂ ਕਰ, ਮਹਾਰਾਜ ਮੈਂ ਸਾਰਾ ਕੁਟੰਬ ਛੱਡ ਕੇ, ਕੁਟੰਬ ਗੁਰਮੁਖੋ ਕਹਿੰਦੇ ਪਰਿਵਾਰ, ਮੈਂ ਸਾਰਾ ਪਰਿਵਾਰ ਛੱਡ ਕੇ ਤੁਹਾਡੀ ਸ਼ਰਨ ਵਿੱਚ ਆਇਆ। ਪਰਿਵਾਰ ਦਾ ਛੱਡਣਾ ਇਹ ਨਹੀਂ ਹੈ ਵੀ ਆਪਾਂ ਮਾਂ ਬਾਪ ਨੂੰ, ਭੈਣ ਭਰਾ ਨੂੰ ਛੱਡ ਕੇ ਪਰੇ ਹੋ ਜਾਈਏ। ਪਰਿਵਾਰ ਦਾ ਛੱਡਣਾ ਇਹ ਹੁੰਦਾ ਹੈ ਜਿਹੜਾ ਪਰਿਵਾਰ ਦਾ ਮੋਹ ਛੱਡਣਾ ਹੈ। ਮਹਾਰਾਜ ਕਹਿਣ ਲੱਗੇ ਨਾ, ਦੇਸ ਛੋੜ ਪਰਦੇਸਾ ਹੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਘਰ ਛੱਡ ਦਿੱਤਾ, ਆਪਣਾ ਦੇਸ਼ ਵੀ ਛੱਡ ਦਿੱਤਾ। ਇਸ ਦੇਸ਼ ਦੇ ਲੋਕ ਮੈਨੂੰ ਜਾਣਦੇ ਨੇ, ਮੈਂ ਇਸ ਦੇਸ਼ ਵਿੱਚ ਨਹੀਂ ਰਵਾਂਗਾ, ਮੈਂ ਇਸ ਇਲਾਕੇ ਵਿੱਚ ਨਹੀਂ ਰਵਾਂਗਾ, ਮੈਂ ਘਰ ਵਿੱਚ ਵੀ ਨਹੀਂ ਰਵਾਂਗਾ। ਇੱਥੇ ਮੈਨੂੰ ਵੇਖ ਕੇ ਪਰਿਵਾਰ ਚੇਤੇ ਆਉਂਦਾ ਹੈ। ਮੈਂ ਕੀ ਕਰਾਂਗਾ? ਮੈਂ ਘਰ ਅਤੇ ਦੇਸ਼ ਦੋਨੇ ਛੱਡ ਕੇ ਦੂਰ ਚਲੇ ਜਾਂਦਾ। ਚਲੇ ਗਿਆ ਦੂਰ, ਜੋਗੀ ਸੰਨਿਆਸੀ ਬਣ ਗਿਆ। ਹੁਣ ਕਿਸੇ ਪਰਿਵਾਰ ਦੇ ਮੈਂਬਰ ਨੂੰ ਨਹੀਂ ਪਤਾ ਵੀ ਉਹ ਕਿੱਥੇ ਰਹਿੰਦਾ ਹੈ, ਪਰ ਇਹ ਕਿਤੇ ਵੀ ਰਹਿੰਦਾ ਹੈ, ਭਾਵੇਂ ਜੰਗਲ ਵਿੱਚ ਬੈਠਾ ਹੈ, ਦੂਰ ਕਿਸੇ ਦੇਸ਼ ਵਿੱਚ ਬੈਠਾ ਹੈ, ਪਰ ਉੱਥੇ ਬੈਠਿਆਂ ਪਰਿਵਾਰ ਦੀ ਯਾਦ ਇਹਦੇ ਮਨ ਦੇ ਵਿੱਚ ਹੀ ਹੈ। ਚਲੇ ਦੂਰ ਗਿਆ ਹੈ, ਮਾਂ ਬਾਪ ਭੈਣ ਭਰਾ ਛੱਡ ਕੇ ਕਿੰਨੀ ਵੀ ਦੂਰ ਕਿਉਂ ਨਹੀਂ ਚਲਾ ਗਿਆ, ਪਰ ਉੱਥੇ ਬੈਠਾ ਵੀ ਮਾਂ ਬਾਪ ਭੈਣਾਂ ਭਰਾਵਾਂ ਨੂੰ ਯਾਦ ਕਰੀ ਜਾਂਦਾ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਦੇਸ ਛੋੜ ਪਰਦੇਸਾ ਧਾਇਆ। ਦੇਸ਼ ਛੱਡ ਕੇ ਪ੍ਰਦੇਸ਼ ਚਲਾ ਗਿਆ, ਮੈਂ ਪਰਿਵਾਰ ਵਿੱਚ ਨਹੀਂ ਰਹਿਣਾ। ਪਰ ਪੰਚ ਚੰਡਾਲ, ਜਿਹੜੇ 5 ਵਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ, ਇਹਨਾਂ 5 ਵਿੱਚ ਮੋਹ ਵੀ ਆ ਗਿਆ ਨਾ। ਪਰ ਉੱਥੇ ਬੈਠਿਆਂ ਵੀ ਤੈਨੂੰ ਮੋਹ ਚੇਤੇ ਆਉਂਦਾ ਪਿਆ। ਇਹਦਾ ਮਤਲਬ ਇਹ ਹੈ ਵੀ ਤੇਰੀ ਬਿਰਤੀ ਸੁਰਤੀ ਧਿਆਨ ਤੇਰਾ ਘਰ ਵਿੱਚ ਹੀ ਹੈ। ਤੂੰ ਇਕੱਲਾ ਸਰੀਰ ਕਰਕੇ ਹੀ ਆਇਆ, ਮਨ ਕਰਕੇ ਨਹੀਂ ਆਇਆ। ਮਨ ਵਿੱਚ ਤੇ ਉਹੀ ਵਸੇ ਹੋਏ ਬੈਠੇ ਹੋਏ। ਇੱਕ ਪਰਸੂਨਾਮ ਨਾਮ ਦਾ ਵਿਅਕਤੀ ਹੋਇਆ, ਜਿਸ ਨੂੰ ਪਰਸਰਾਮ ਕਿਹਾ ਜਾਂਦਾ ਹੈ। ਇਹ ਵੀ ਚਲਾ ਗਿਆ ਜੰਗਲ ਵਿੱਚ ਤਾਪ ਕਰਨ ਵਾਸਤੇ। ਬੜਾ ਭਿਅੰਕਰ, ਬੜਾ ਭਾਰੀ ਤਾਪ ਇਸਨੇ ਕੀਤਾ। ਕਹਿਣ ਲੱਗੇ ਸਮਾਂ ਇਸ ਤਰ੍ਹਾਂ ਦਾ ਬਣਿਆ, ਇਹਦੇ ਬਾਪ ਦੀ ਮੌਤ ਹੋ ਗਈ। ਰਾਜੇ ਨੇ ਪਰਸਰਾਮ ਦੇ ਪਿਤਾ ਨੂੰ ਮਾਰ ਦਿੱਤਾ। ਸਾਖੀ ਬੜੀ ਲੰਮੀ ਹੈ, ਆਪਣੇ ਕੋਲ ਸਮਾਂ ਸੀਮਤ ਹੁੰਦਾ ਹੈ। ਕੇਵਲ ਟੂਕ ਮਾਤਰ, ਥੋੜ੍ਹਾ ਜਿਹਾ ਬਚਨ ਇਸ਼ਾਰੇ ਮਾਤਰ ਲਈਦਾ, ਸਮਝ ਆ ਜਾਵੇ।
ਬਾਪ ਨੂੰ ਰਾਜੇ ਨੇ ਮਾਰ ਦਿੱਤਾ ਤੇ ਮਾਂ ਆਪਣੇ ਪਤੀ ਨੂੰ ਮਰਿਆ ਵੇਖ ਕੇ ਪਿੱਟਣ ਲੱਗ ਪਈ, ਉੱਚੀ ਉੱਚੀ ਕੂਕਣ ਲੱਗ ਪਈ, ਚੀਕਾਂ ਮਾਰਨ ਲੱਗ ਪਈ। ਮਾਂ ਦੇ ਕੂਕਣ ਦੀ ਰੋਣ ਦੀ ਗੱਲ ਕਿਸੇ ਨੇ ਜਾ ਕੇ ਇਹਨੂੰ ਤਪ ਕਰਦੇ ਨੂੰ ਦੱਸੀ ਵੀ ਤੇਰੀ ਤੇ ਮਾਂ ਰੋਂਦੀ ਪਈ ਹੈ, ਪਿੱਟਦੀ ਪਈ ਹੈ। ਛੱਡਿਆ ਤਪ ਤੇ ਘਰ ਨੂੰ ਦੌੜ ਪਿਆ, ਭੱਜ ਪਿਆ ਉਸ ਵੇਲੇ ਸਭ ਤਪ ਛੱਡ ਕੇ, ਸੰਨਿਆਸ ਛੱਡ ਕੇ, ਜੰਗਲ ਛੱਡ ਕੇ। ਮਾਂ ਨੂੰ ਰੋਂਦੀ ਵੇਖਿਆ, ਮੇਰੀ ਮਾਂ ਨੇ 21 ਵਾਰੀ ਆਪਣੇ ਆਪ ਨੂੰ ਪਿੱਟਿਆ ਹੈ। ਆਪਣੇ ਪਤੀ ਦੇ ਕੋਲ ਖਲੋਤੀ ਉਸ ਔਰਤ ਨੇ 21 ਵਾਰੀ ਆਪਣੇ ਆਪ ਨੂੰ ਪਿੱਟਿਆ। 7 ਹੱਥ ਉਹਨੇ ਆਪਣੇ ਪੱਟਾਂ ਤੇ ਮਾਰੇ, 7 ਵਾਰੀ ਪੱਟਾਂ ਨੂੰ ਪਿੱਟਿਆ ਤੇ 7 ਵਾਰੀ ਆਪਣੇ ਹੱਥ ਉਹਨੇ ਹਿੱਕ ਦੇ ਉੱਪਰ, ਛਾਤੀ ਦੇ ਉੱਪਰ ਮਾਰੇ ਤੇ 7 ਹੀ ਹੱਥ ਉਹਨੇ ਆਪਣੇ ਸਿਰ ਵਿੱਚ ਮਾਰੇ। ਪਿੱਟਦੀ ਪਈ ਹੈ, ਗਿਣਦਾ ਪਿਆ ਕਿ ਮੇਰੀ ਮਾਂ ਮੇਰੇ ਬਾਪ ਨੂੰ ਪਿੱਟਦੀ ਪਈ ਹੈ। ਮੇਰੀ ਮਾਂ ਨੇ 21 ਵਾਰੀ ਪਿੱਟਿਆ ਹੈ ਆਪਣੇ ਆਪ ਨੂੰ। ਮੈਂ ਆਪਣੇ ਦੁਸ਼ਮਣਾਂ ਨੂੰ 21 ਵਾਰ ਮਾਰਾਂਗਾ। ਇੱਕ ਵਾਰੀ ਮਾਰਾਂਗਾ, ਫਿਰ ਉੱਗ ਪੈਣਗੇ, ਪੈਦਾ ਹੋ ਜਾਣਗੇ, ਦੂਜੀ ਵਾਰੀ ਫਿਰ ਮਾਰਾਂਗਾ, ਤੀਜੀ ਵਾਰੀ ਫਿਰ ਮਾਰਾਂਗਾ। 21 ਵਾਰ ਮਾਰ ਕੇ ਬਦਲਾ ਲਵਾਂਗਾ, ਵਾਰ-ਵਾਰ ਮਾਰਾਂਗਾ। ਗੁਰਮੁਖੋ ਹੈ ਸੰਨਿਆਸੀ, ਹੈ ਜੋਗੀ, ਹੈ ਤਾਪ ਕਰਨ ਵਾਲਾ, ਜੰਗਲ ਵਿੱਚ ਰਹਿਣ ਵਾਲਾ, ਨਾ ਤੇ ਮੋਹ ਛੱਡ ਸਕਿਆ ਕਿ ਮਾਂ ਰੋਂਦੀ ਹੈ, ਮਾਂ ਦੇ ਰੋਣ ਦਾ ਬਦਲਾ ਲੈਣਾ ਹੈ, ਤੇ ਨਾ ਹੀ ਕ੍ਰੋਧ ਛੱਡ ਸਕਿਆ। ਕ੍ਰੋਧ ਇੰਨਾ ਆਇਆ ਵੀ ਮੈਂ 21 ਵਾਰ ਆਪਣੇ ਦੁਸ਼ਮਣ ਮਾਰਾਂਗਾ। ਮਹਾਰਾਜ ਕਹਿਣ ਲੱਗੇ, ਪਰਸਰਾਮ ਰੋਵੈ ਘਰ ਆਇਆ। ਇਹ ਗੁਰੂ ਨਾਨਕ ਸਾਹਿਬ ਨੇ ਬਚਨ ਲਿਖਿਆ। ਜਿੱਥੇ ਉਹਨਾਂ ਨੇ ਇਹ ਬਚਨ ਲਿਖੇ ਨਾ, ਨਾਨਕ ਦੁਖੀਆ ਸਭ ਸੰਸਾਰ, ਸਾਰੀ ਦੁਨੀਆ ਦੁਖੀ ਹੈ। ਕਿਸੇ ਨੇ ਪੁੱਛ ਲਿਆ, ਮਹਾਰਾਜ ਪਰਸੂਰਾਮ ਹੋਇਆ ਇੱਕ, ਉਹ ਵੀ ਦੁਖੀ ਹੈ? ਮਹਾਰਾਜ ਕਹਿਣ ਲੱਗੇ, ਹਾਂ, ਪਰਸਰਾਮ ਰੋਵੈ ਘਰ ਆਇਆ। ਜਦੋਂ ਪਰਸਰਾਮ ਬਾਹਰੋਂ ਦੌੜ ਕੇ ਘਰੇ ਆਇਆ ਨਾ, ਬਾਪ ਨੂੰ ਮਰਿਆ ਵੇਖਿਆ ਤੇ ਮਾਂ ਨੂੰ ਰੋਂਦਿਆਂ ਵੇਖਿਆ। ਮਾਂ ਨੂੰ ਰੋਂਦਿਆਂ ਵੇਖ ਕੇ ਆਪ ਵੀ ਰੋਣ ਲੱਗ ਪਿਆ, ਦੁਖੀ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੇਸ਼ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਦੇਸ਼ ਵਿੱਚ ਚਲੇ ਜਾ, ਵਿਦੇਸ਼ ਵਿੱਚ ਚਲੇ ਜਾ, ਜੰਗਲ ਵਿੱਚ ਬੈਠ ਜਾ, ਦੂਰ ਭਾਵੇਂ ਕਿੰਨਾ ਵੀ ਚਲੇ ਜਾਂਦਾ ਹੈ, ਜਿਹੜੇ 5 ਵਕਾਰ ਨੇ ਤੇਰੇ ਨਾਲ ਹੀ ਰਹਿੰਦੇ ਨੇ। ਬਾਹਰ ਬੈਠਿਆਂ ਵੀ ਪਰਿਵਾਰ ਦਾ ਮੋਹ ਮਨ ਵਿੱਚੋਂ ਜਾਂਦਾ ਨਹੀਂ ਹੈ। ਤੇ ਫਿਰ ਪਰਿਵਾਰ ਨੂੰ ਕੀ ਛੱਡਿਆ? ਫਿਰ ਛੱਡਿਆ ਤੇ ਨਾ ਪਰਿਵਾਰ ਵਿੱਚ ਹੀ ਬੈਠਾ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਤੈਨੂੰ ਪਰਿਵਾਰ ਛੱਡਣ ਦੀ ਲੋੜ ਨਹੀਂ ਹੈ, ਕਿਰਤ ਵਿਰਤ ਕਰ ਧਰਮ ਦੀ। ਹੁਣ 10 ਗੁਰੂ ਸਾਹਿਬਾਨ ਆਪ ਵੀ ਤੇ ਪਰਿਵਾਰਾਂ ਵਾਲੇ ਹੀ ਹੋਏ ਨਾ, ਵਿਆਹੇ ਹੋਏ, ਗਾਂ ਬੱਚੇ ਸਨ ਮਹਾਰਾਜ ਜੀਆਂ ਦੇ। ਪਰ ਮਹਾਰਾਜ ਨੇ ਆਪ ਘਰ ਨਹੀਂ ਛੱਡਿਆ, ਨਾ ਸਿੱਖਾਂ ਨੂੰ ਆਖਿਆ ਵੀ ਤੁਹਾਨੂੰ ਘਰ ਛੱਡਣ ਦੀ ਲੋੜ ਹੈ। ਘਰ ਛੱਡ ਕੇ ਬਾਹਰ ਜਾਵੇਂਗਾ, ਬਾਹਰ ਜਾ ਕੇ ਪਰਿਵਾਰ ਦਾ ਮੋਹ ਆਵੇਗਾ, ਘਰ ਛੱਡਣ ਦਾ ਕੋਈ ਫਾਇਦਾ ਨਹੀਂ ਹੈ। ਅਸਲ ਦੇ ਵਿੱਚ ਘਰ ਵਿੱਚ ਰਹਿੰਦਿਆਂ ਹੋਇਆਂ ਮੋਹ ਛੱਡਣਾ ਹੈ। ਜਿਸ ਮੋਹ ਦੇ ਵਿੱਚ ਪੈ ਕੇ ਪਾਪ ਹੋਣੇ ਨੇ, ਜਿਸ ਕ੍ਰੋਧ ਵਿੱਚ ਪੈ ਕੇ ਝਗੜੇ ਹੋਣੇ ਨੇ, ਘਰ ਵਿੱਚ ਬੈਠਿਆਂ ਇਹਨਾਂ ਚੀਜ਼ਾਂ ਨੂੰ ਛੱਡਣਾ ਹੈ, ਨਾ ਕਿ ਘਰ ਛੱਡਣਾ ਹੈ। ਹੁਣ ਮੰਨ ਲਓ ਕੋਈ ਬੰਦਾ ਰਜਾਈ ਵਿੱਚ ਸੁੱਤਾ, ਸਿੱਧੀ ਜੀ ਉਦਾਹਰਨ ਹੈ ਸਮਝਣ ਵਾਸਤੇ, ਤੇ ਬੰਦੇ ਨੂੰ ਸਵੇਰੇ ਜਾਗ ਨਾ ਆਵੇ, ਠੰਡ ਦੇ ਦਿਨ ਹੋਣ, ਸਵੇਰੇ ਜਾਗ ਨਾ ਆਵੇ, ਰਜਾਈ ਘੁੱਟ ਲਵੇ, ਤੇ ਜਦੋਂ ਕਿਤੇ 8-9 ਵਜੇ ਜਾਗ ਆਵੇ ਤੇ ਬੰਦੇ ਨੂੰ ਗੁੱਸਾ ਆ ਜਾਵੇ ਵੀ ਆਹ ਰਜਾਈ ਨੇ ਮੈਨੂੰ ਨਹੀਂ ਉੱਠਣ ਦਿੱਤਾ, ਰਜਾਈ ਦੇ ਉੱਪਰ ਬਾਲਟੀ ਭਰ ਕੇ ਪਾਣੀ ਨਹੀਂ ਪਾ ਦਿੱਤੀ, ਇਹਦੇ ਨਾਲ ਕੀ ਹੋਵੇਗਾ? ਬਾਲਟੀ ਪਾਣੀ ਦੀ ਪਾਉਣ ਦੇ ਨਾਲ ਰਜਾਈ ਨੂੰ ਕੀ ਹੋਵੇਗਾ? ਰਜਾਈ ਦਾ ਥੋੜ੍ਹੀ ਕਸੂਰ ਹੈ, ਰਜਾਈ ਨੇ ਥੋੜ੍ਹੀ ਤੈਨੂੰ ਆਖਿਆ ਵੀ ਤੂੰ ਬੈਠਾ ਰਹਿ, ਨਾ ਜਾ। ਗਿਆ ਤੇ ਤੂੰ ਆਪ ਨਹੀਂ ਨਿਕਲਿਆ, ਤੇਰੇ ਕੋਲੋਂ ਨਹੀਂ ਗਿਆ, ਦਲਿੱਦਰ ਨੇ ਤੈਨੂੰ ਨਿਕਲਣ ਨਹੀਂ ਦਿੱਤਾ। ਕਸੂਰ ਰਜਾਈ ਦਾ ਕੱਢਿਆ ਜਾ ਰਿਹਾ ਵੀ ਇਹਨੇ ਮੈਨੂੰ ਫੜ ਕੇ ਬਿਠਾ ਛੱਡਿਆ, ਮੈਂ ਰਜਾਈ ਨੂੰ ਸਜ਼ਾ ਦੇਵਾਂਗਾ। ਨਹੀਂ, ਰਜਾਈ ਨੂੰ ਸਜ਼ਾ ਦਿੱਤਿਆਂ ਕੁਝ ਨਹੀਂ ਹੋਣਾ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ, ਤੂੰ ਇਹ ਸੋਚਦਾ ਪਰਿਵਾਰ ਨੂੰ ਸਜ਼ਾ ਦੇਵਾਂ, ਆਪਣੇ ਸਰੀਰ ਨੂੰ ਸਜ਼ਾ ਦੇਵਾਂ, ਮੈਂ ਦੂਰ ਚਲੇ ਜਾਵਾਂ। ਪਰ ਦੂਰ ਜਾ ਕੇ ਮਨ ਤੇ ਤੇਰਾ ਉਹਨਾਂ ਵਿੱਚ ਹੀ ਹੈ ਨਾ, ਫਿਰ ਦੂਰ ਜਾਣ ਦਾ ਤੇ ਰਜਾਈ ਨੂੰ ਸਜ਼ਾ ਦੇਣ ਵਾਲੀ ਗੱਲ ਹੈ।
ਅਸਲ ਦੇ ਵਿੱਚ ਪਰਿਵਾਰ ਵਿੱਚ ਰਹਿ, ਬੱਚਿਆਂ ਵਿੱਚ ਰਹਿ, ਮਾਂ ਬਾਪ, ਆਪਣੀ ਘਰਵਾਲੀ, ਉਹਨਾਂ ਸਾਰਿਆਂ ਦੇ ਵਿੱਚ ਰਹਿ। ਸਾਰਿਆਂ ਵਿੱਚ ਰਹਿੰਦਿਆਂ ਹੋਇਆਂ 10 ਨਹੁੰਆਂ ਦੀ ਕਿਰਤ ਕਰ। ਰੋਟੀ ਤੇਰੀ ਹੱਕ ਸੱਚ ਦੀ ਹੋਵੇ। ਨਾਲੇ ਉਹਨਾਂ ਨੂੰ ਪ੍ਰਸ਼ਾਦਾ ਛਕਾ, ਉਹਨਾਂ ਦੇ ਵਿੱਚ ਬੈਠ, ਨਾਲੇ ਬਾਣੀ ਪੜ੍ਹ ਤੇ ਨਾਲੇ ਉਹਨਾਂ ਨੂੰ ਬਾਣੀ ਪੜ੍ਹਾਉਣ ਵਾਲੇ ਪਾਸੇ ਲਾ। ਭਾਈ ਤਾਰੂ ਸਿੰਘ ਦਾ ਆਪਾਂ ਪਿੱਛੇ ਇਤਿਹਾਸ ਸਰਵਣ ਕੀਤਾ ਸੀ ਨਾ। ਭਾਵੇਂ ਕਿ ਸਮਾਂ ਸੰਗਤ ਬਹੁਤੀ ਨਹੀਂ ਸੀ ਦਰਬਾਰ ਦੇ ਵਿੱਚ, ਸਮਾਂ ਹੀ ਇਸ ਤਰ੍ਹਾਂ ਦਾ ਸੀ। ਉਹਦੇ ਵਿੱਚ ਬਚਨ ਆਉਂਦਾ ਹੈ ਕਿ ਭਾਈ ਤਾਰੂ ਸਿੰਘ ਦੀ ਜੋ ਮਾਤਾ ਹੈ ਨਾ, ਉਹ ਅੰਮ੍ਰਿਤ ਵੇਲੇ ਆਪ ਉੱਠਦੀ ਹੈ, ਆਪਣੇ ਦੋਨਾਂ ਬੱਚਿਆਂ ਨੂੰ ਉਠਾਉਂਦੀ ਹੈ। ਭਾਈ ਤਾਰੂ ਸਿੰਘ ਦੀ ਇੱਕ ਭੈਣ ਵੀ ਹੈ, ਭੈਣ ਵੱਡੀ ਹੈ ਭਾਈ ਤਾਰੂ ਸਿੰਘ ਜੀ ਦੇ ਕੋਲੋਂ। ਦੋਨਾਂ ਬੱਚਿਆਂ ਨੂੰ ਉਠਾਉਂਦੀ ਹੈ, ਉਠਾ ਕੇ ਇਸ਼ਨਾਨ ਕਰਵਾ ਕੇ ਆਪਣੇ ਕੋਲ ਬਿਠਾਉਂਦੀ ਹੈ। ਚਲੋ ਆਪਾਂ ਸਾਰੇ ਇੱਕ ਦੂਜੇ ਨੂੰ ਨਿਤਨੇਮ ਸੁਣਾਈਏ। ਇੱਕ ਜਾਣਾ ਇੱਕ ਬਾਣੀ ਪੜ੍ਹਦਾ, ਦੂਜਾ ਜਾਣਾ ਦੂਜੀ ਬਾਣੀ ਪੜ੍ਹਦਾ, ਤੀਜਾ ਜਾਣਾ ਤੀਜੀ ਬਾਣੀ ਪੜ੍ਹਦਾ। ਇਸ ਤਰ੍ਹਾਂ ਸਵੇਰ ਦਾ ਨਿਤਨੇਮ ਮਿਲ ਕੇ ਹੁੰਦਾ ਹੈ। ਫਿਰ ਸ਼ਾਮ ਪੈ ਜਾਂਦੀ ਹੈ। ਸ਼ਾਮ ਨੂੰ ਹੁਣ ਰਹਿਰਾਸ ਸਾਹਿਬ ਦਾ ਸਮਾਂ, ਚਲੋ ਮਿਲ ਕੇ ਰਹਿਰਾਸ ਸਾਹਿਬ ਦਾ ਪਾਠ ਕਰੀਏ। ਤੇ ਬੱਚੇ ਫਿਰ ਉਹਨਾਂ ਦੇ ਸਿੱਖੀ ਵਿੱਚ ਪਰਪੱਕ ਹੋਣਗੇ ਨਾ, ਕੁਰਬਾਨੀ ਖੋਪਰੇ ਤੇ ਫਿਰ ਉਹਨਾਂ ਦੇ ਉਤਰਨਗੇ ਨਾ। ਸਿੱਖੀ ਕੇਸਾਂ ਦੇ ਨਾਲ ਤੇ ਉਹਨਾਂ ਦੀ ਨਿਭੇਗੀ ਨਾ। ਹੁਣ ਤੁਸੀਂ ਘਰ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਆਖਿਓ ਵੀ ਚੱਲ ਕੱਲ੍ਹ ਨੂੰ ਆਪਾਂ ਤੜਕੇ ਉੱਠ ਕੇ ਨਿਤਨੇਮ ਕਰਨਾ, ਸਾਰੇ ਜਾਣੇ ਉੱਠ ਕੇ ਨਹਾ ਲਿਓ। ਤੇ ਕਹਿਣ ਵਾਲੇ ਦਾ ਮੰਜਾ ਘਰੋਂ ਬਾਹਰ ਹੋਵੇਗਾ, ਬਾਪੂ ਘਰੋਂ ਬਾਹਰ ਹੋ ਜਾ, ਸਾਡੇ ਕੋਲੋਂ ਨਹੀਂ ਉੱਠਿਆ ਜਾਂਦਾ, ਸਾਡੇ ਕੋਲ ਸਮਾਂ ਨਹੀਂ ਹੈ। ਉਹਦਾ ਕਾਰਨ ਕੀ ਹੈ? ਛੋਟੇ ਹੁੰਦਿਆਂ ਬੱਚਿਆਂ ਨੂੰ ਇਹ ਆਦਤ ਪਾਈ ਨਹੀਂ, ਛੋਟੇ ਹੁੰਦਿਆਂ ਇਸ ਪਾਸੇ ਲਾਇਆ ਹੀ ਨਹੀਂ। ਜਦੋਂ ਉਹਨਾਂ ਨੇ ਆਖੇ ਲੱਗਣਾ, ਕਹਿਣਾ ਮੰਨਣਾ, ਜਦੋਂ ਉਹਨਾਂ ਨੇ ਸਿੱਖਣਾ ਸੀ ਉਦੋਂ ਨਹੀਂ ਸਮਝਾਇਆ। ਹੁਣ ਬੱਚਾ ਜਵਾਨ ਹੋ ਗਿਆ, ਕਹਿਣੇ ਤੋਂ ਬਾਹਰ ਹੋ ਗਿਆ, ਮਰਜ਼ੀ ਦਾ ਮਾਲਕ ਹੋ ਗਿਆ। ਹੁਣ ਤੂੰ ਸੋਚਦਾ ਹੈ ਵੀ ਮੈਂ ਉਹਨੂੰ ਸਮਝਾਵਾਂ, ਮੇਰੇ ਮੁਤਾਬਕ ਚੱਲੇ, ਉਹ ਨਹੀਂ ਚੱਲੇਗਾ। ਹੁਣ ਤੈਨੂੰ ਉਹਦੇ ਮੁਤਾਬਕ ਚੱਲਣਾ ਪਵੇਗਾ, ਉਹ ਤੇਰੇ ਮੁਤਾਬਕ ਤੋਂ ਨਹੀਂ ਚੱਲੇਗਾ, ਬਾਹਰ ਨਿਕਲ ਗਿਆ। ਬਚਨ ਇਹ ਹੈ ਗੁਰਮੁਖਾ, ਜਦੋਂ ਸਮਝਾਉਣ ਦਾ ਟਾਈਮ ਸੀ, ਸਮਝਣ ਦਾ ਟਾਈਮ ਸੀ, ਉਹ ਟਾਈਮ ਤੂੰ ਸਾਂਭਿਆ ਨਹੀਂ। ਅੱਜ ਤੂੰ ਹੁਣ ਉਹਨਾਂ ਦੇ ਉੱਪਰ ਕਹਿਣਾ ਵੀ ਇਹ ਗੁਰਦੁਆਰੇ ਨਹੀਂ ਜਾਂਦੇ, ਮੱਥਾ ਨਹੀਂ ਟੇਕਦੇ, ਨਿਤਨੇਮ ਨਹੀਂ ਕਰਦੇ। ਪਰ ਅੱਜ ਉਹ ਤੀਰ ਕਮਾਨੋਂ ਨਿਕਲ ਚੁੱਕਿਆ ਹੈ। ਇਹ ਤੇ ਗੁਰੂ ਕਿਰਪਾ ਕਰ ਦੇਵੇ, ਉਹਨਾਂ ਦਾ ਮਨ ਪਰਮਾਤਮਾ ਪ੍ਰੇਰ ਦੇਵੇ ਤੇ ਹੋ ਸਕਦਾ ਗੁਰੂ ਨੂੰ ਮੰਨਣ ਲੱਗ ਪੈਣ, ਆਉਣ ਲੱਗ ਪੈਣ, ਨਹੀਂ ਤੇ ਤੇਰੇ ਵੱਸ ਦੀ ਹੁਣ ਗੱਲ ਨਹੀਂ ਹੈ। ਜਦੋਂ ਸਮਾਂ ਸੀ ਉਦੋਂ ਨਹੀਂ ਸਮਾਂ ਸਾਂਭਿਆ। ਛੋਟੇ ਹੁੰਦਿਆਂ ਹੀ ਜੇ ਲਾਗ ਲਾਈ ਹੁੰਦੀ ਵੀ ਚਲੋ ਬੱਚਿਓ ਆਪਾਂ ਮਿਲ ਕੇ, ਉਦੋਂ ਆਪਾਂ ਨੌਕਰੀ ਨੂੰ ਟਾਈਮ ਦਿੱਤਾ। ਮੈਂ ਤੇ ਨੌਕਰੀ ਕਰਦਾ, ਮੇਰੇ ਕੋਲ ਤੇ ਟਾਈਮ ਨਹੀਂ ਹੈ। ਮੈਂ ਤੇ ਬਿਜ਼ਨਸ ਕਰਦਾ, ਮੇਰੇ ਕੋਲ ਬੱਚਿਆਂ ਵਾਸਤੇ ਟਾਈਮ ਨਹੀਂ ਹੈ। ਤੇ ਨਾ ਹੀ ਮੇਰੇ ਬੱਚਿਆਂ ਕੋਲ ਟਾਈਮ ਹੈ, ਪੜ੍ਹਾਈ ਬੜੀ ਜ਼ਰੂਰੀ ਹੈ। ਬੱਚਿਆਂ ਨੇ ਆਖਿਆ ਸਾਡੇ ਕੋਲ ਟਾਈਮ ਨਹੀਂ, ਮਾਂ ਬਾਪ ਨੇ ਆਖਿਆ ਸਾਡੇ ਕੋਲ ਟਾਈਮ ਨਹੀਂ। ਜਦੋਂ ਬਾਪ ਵਿਹਲਾ ਹੋਇਆ ਨਾ, ਰਿਟਾਇਰ ਹੋਇਆ ਨਾ ਜਾ ਕੇ ਨੌਕਰੀ ਤੋਂ, ਹੁਣ ਸੋਚਦਾ ਬੱਚਿਆਂ ਨੂੰ ਸੁਧਾਰ ਲਵਾਂ। ਪਰ ਹੁਣ ਨਹੀਂ ਸੁਧਰਨਗੇ, ਨਾ ਸੁਧਾਰੇ ਜਾਣਗੇ। ਮੌਕਾ ਸੀ ਉਹ ਗਵਾ ਲਿਆ। ਵਿਚਾਰ ਇਹ ਹੈ, ਬਚਨ ਉਹਨਾਂ ਨੇ ਕਮਾਏ ਨੇ ਜਿਨ੍ਹਾਂ ਨੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਨਿਤਨੇਮ ਕਮਾਇਆ ਹੈ। ਤੇ ਭਾਈ ਤਾਰੂ ਸਿੰਘ ਦੀ ਕੁਰਬਾਨੀ ਹੋਣ ਤੋਂ ਪਹਿਲਾਂ ਉਹਨੂੰ ਵੀ ਸੋਚਣ ਵਾਸਤੇ ਮੌਕਾ ਦਿੱਤਾ ਵੀ ਤੇਰੀ ਭੈਣ ਵਿਧਵਾ ਘਰ ਵਿੱਚ ਬੈਠੀ ਹੈ ਤੇ ਬਾਪ ਤੇਰਾ ਪਹਿਲਾਂ ਹੀ ਨਹੀਂ ਹੈ। 2 ਜਨਾਨੀਆਂ ਘਰ ਵਿੱਚ ਰਹਿ ਗਈਆਂ, ਉਹਨਾਂ ਦੀ ਕਮਾਈ ਦਾ ਸਾਧਨ ਕੋਈ ਨਹੀਂ ਹੈ, ਉਹਨਾਂ ਦਾ ਕੀ ਬਣੇਗਾ? ਤਾਰੂ ਸਿੰਘਾ ਸੋਚ ਲੈ। ਪਰ ਨਾਮ ਦੀ ਦ੍ਰਿੜਤਾ ਹੀ ਨਹੀਂ ਹੈ, ਨਾਮ ਤੇ ਭਰੋਸਾ ਇੰਨਾ। ਆਖਿਆ ਕੋਈ ਗੱਲ ਨਹੀਂ, ਜਿਨ ਜੀਓ ਦੀਆ ਸੋ ਰਿਜਕ ਅਮਰਾਵੇ। ਜਿਹਨੇ ਜੀਵਨ ਦਿੱਤਾ ਹੈ ਉਹ ਰੋਟੀ ਵੀ ਦੇਵੇਗਾ। ਜਿਹਨੇ ਭੈਣ ਪੈਦਾ ਕੀਤੀ ਹੈ, ਜਿਹਨੇ ਮਾਂ ਨੂੰ ਜਨਮ ਦਿੱਤਾ, ਉਹ ਪਰਮਾਤਮਾ ਉਹਨਾਂ ਨੂੰ ਆਪੇ ਪਾਲੇਗਾ। ਮੈਨੂੰ ਫਿਕਰ ਨਹੀਂ ਹੈ, ਮੈਂ ਪਿੱਛੇ ਮੁੜ ਕੇ ਨਹੀਂ ਵੇਖਾਂਗਾ। ਇਹ ਹੈ ਉਹਨਾਂ ਦਾ ਮੋਹ ਛੁੱਟਿਆ ਹੋਇਆ। ਕੁਰਬਾਨੀਆਂ ਐਵੇਂ ਨਹੀਂ ਹੁੰਦੀਆਂ। ਨਹੀਂ ਤੇ ਜੇਲ੍ਹ ਦੇ ਵਿੱਚ ਤੇ ਗੁਰਮੁਖੋ ਨਿੱਕੇ ਤੋਂ ਨਿੱਕਾ, ਮਾੜੇ ਤੋਂ ਮਾੜਾ, ਪਰੇ ਤੋਂ ਪਰੇ ਵਾਲਾ ਰਿਸ਼ਤੇਦਾਰ ਵੀ ਚੇਤੇ ਆਉਂਦਾ ਹੈ ਉੱਥੇ ਬੈਠਿਆ, ਇੰਨਾ ਮੋਹ ਹੁੰਦਾ।
ਪਰ ਭਾਈ ਤਾਰੂ ਸਿੰਘ ਵਰਗਿਆਂ ਨੂੰ ਜਨਮ ਦੇਣ ਵਾਲੀ ਮਾਂ ਵੀ ਚੇਤੇ ਨਹੀਂ ਜਦੋਂ ਖੋਪਰਾ ਉਤਰਦਾ ਪਿਆ। ਨਾਲ ਖੇਡਣ ਵਾਲੀ ਪਲਣ ਵਾਲੀ ਭੈਣ ਦਾ ਵੀ ਮੋਹ ਨਹੀਂ ਆਇਆ ਹੈ। ਉਹਦਾ ਕਾਰਨ ਇਹ ਹੈ, ਮਾਂ ਨੇ ਅੰਮ੍ਰਿਤ ਵੇਲੇ ਨਿਤਨੇਮ ਦੀ ਦਾਤ ਤੋਂ ਦੋਨਾਂ ਨੂੰ ਵਾਂਝਾ ਨਹੀਂ ਰੱਖਿਆ। ਇਹ ਦ੍ਰਿੜਤਾ ਹੈ, ਇਹ ਪਰਪੱਕਤਾ ਹੈ। ਸਾਡੇ ਵਿੱਚ ਓਨੀ ਘਾਟ ਹੈ। ਜਦੋਂ ਬੱਚਾ ਸਾਡਾ ਨਸ਼ੇ 'ਚ ਵੜ ਜਾਂਦਾ ਨਾ, ਮਾੜੀ ਸੰਗਤ ਵਿੱਚ ਪੈ ਗਿਆ, ਵੈਲੀਆਂ 'ਚ ਬੈਠਣ ਲੱਗ ਪਿਆ, ਲਾਮੇ ਆਉਣ ਲੱਗ ਪਿਆ, ਫਿਰ ਅਸੀਂ ਰੋਂਦੇ ਫਿਰ ਗੁਰਦੁਆਰੇ ਨੂੰ ਭੱਜਦੇ, ਮੰਦਰ ਨੂੰ ਜਾਂਦੇ, ਪਾਂਧੇ ਕੋਲ, ਪੰਡਤ ਕੋਲ ਜਾਂਦੇ। ਹੁਣ ਆਪਣੇ ਪੁੱਤਰ ਨੂੰ ਸੁਧਾਰੀਏ, ਮਾੜੀ ਸੰਗਤ 'ਚ ਪੈ ਗਿਆ। ਪਰ ਜੇ ਪਹਿਲਾਂ ਹੀ ਧਿਆਨ ਦਿੱਤਾ ਹੁੰਦਾ, ਮਾੜੀ ਸੰਗਤ 'ਚ ਪੈਂਦਾ ਹੀ ਨਾ। ਬਿਮਾਰੀ ਲੱਗਣ ਤੋਂ ਬਾਅਦ ਵਿੱਚ ਦਵਾਈ ਖਾਵੇਂਗਾ, ਉਸ ਤੋਂ ਚੰਗਾ ਹੈ ਕਿ ਬਿਮਾਰੀ ਲੱਗਣ ਤੋਂ ਪਹਿਲਾਂ ਪਰਹੇਜ਼ ਕਰ ਲਾ, ਬਿਮਾਰੀ ਲੱਗੇ ਨਾ, ਦਵਾਈ ਖਾਣੀ ਨਾ ਪਵੇ। ਮਹਾਰਾਜ ਕਹਿਣ ਲੱਗੇ, ਸਗਲ ਤਿਆਗ ਗੁਰ ਸਰਨੀ ਆਇਆ, ਮੈਂ ਸਾਰੇ ਪਰਿਵਾਰ ਦਾ ਮੋਹ ਛੱਡਿਆ ਹੈ। ਇਹ ਹੈ ਸਾਰਿਆਂ ਦਾ ਤਿਆਗ ਕਰਨਾ। ਗੁਰਮਤਿ ਵਿੱਚ ਪਰਿਵਾਰ ਛੱਡਣਾ ਨਹੀਂ ਹੈ ਵੀ ਮੈਂ ਪਰਿਵਾਰ ਛੱਡ ਦਿਆਂ, ਬੱਚੇ ਛੱਡ ਦਿਆਂ, ਘਰ-ਬਾਰ ਛੱਡ ਦਿਆਂ। ਨਹੀਂ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਮੋਹ ਹੈ, ਜਿਵੇਂ ਭਾਈ ਤਾਰੂ ਸਿੰਘ ਜੀ ਨੇ ਛੱਡਿਆ ਹੈ, ਜਿਵੇਂ ਲਾਲਚ ਹੈ, ਜਿਵੇਂ ਕ੍ਰੋਧ ਹੈ, ਇਹਨਾਂ ਨੂੰ ਛੱਡਣਾ ਹੈ। ਇਹਨੂੰ ਕਹਿੰਦੇ ਨੇ ਪਰਿਵਾਰ ਦਾ ਤਿਆਗ ਕਰਨਾ। ਸਗਲ ਤਿਆਗ ਗੁਰ ਸ਼ਰਣੀ ਆਇਆ। ਸਾਰੇ ਵਿਕਾਰਾਂ ਦਾ ਤਿਆਗ ਕਰਕੇ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ ਹਾਂ। ਰੱਖੋ ਰੱਖਣ ਹਾਰੇ, ਰੱਖਣਹਾਰ ਪਰਮਾਤਮਾ ਰੱਖ ਲੈ, ਕਿਉਂਕਿ ਰੱਖਣ ਵਾਲਾ ਤੂੰ ਹੀ ਹੈ। ਤੇਰੇ ਬਿਨਾਂ ਰੱਖ ਕੋਈ ਨਹੀਂ ਸਕਦਾ ਹੈ, ਕਿਉਂਕਿ ਰੱਖਦਾ ਵੀ ਤੇ ਉਹੀ ਹੈ ਨਾ ਜਿਹੜਾ ਰੱਖਣ ਦੇ ਯੋਗ ਹੋਵੇ। ਤੇ ਜਿਹਨੂੰ ਆਪ ਹੀ ਨਾ ਟਿਕਾਣਾ ਹੋਵੇ, ਉਹ ਰੱਖੇਗਾ ਕਿੱਥੇ? ਪਰਮਾਤਮਾ ਤੂੰ ਰੱਖ ਸਕਦਾ ਹੈ, ਸਾਨੂੰ ਰੱਖ ਲੈਣਾ ਕਰ। ਜੇ ਤੂੰ ਲਾਭ ਹੈ ਤੇ ਤਹਮ ਲਾਗਾ। ਸਤਿਗੁਰੂ ਤੁਸੀਂ ਜਿਸ ਪਾਸੇ ਲਾਉਂਦੇ ਹੋ ਅਸੀਂ ਉਧਰ ਹੀ ਲੱਗਦੇ ਹਾਂ, ਕਿਉਂਕਿ ਸਾਡੇ ਹੱਥ ਵਿੱਚ ਕੁਝ ਨਹੀਂ। ਨੱਕ, ਨੱਥ, ਖਸਮ, ਹੱਥ, ਕਿਰਤ ਧੱਕੇ ਦੇ। ਸਾਨੂੰ ਕਿਰਤ ਦੇ ਧੱਕੇ ਵੱਜਦੇ। ਜਿੱਥੇ ਦਾਣਾ ਪਾਣੀ ਲਿਖਿਆ ਧੱਕਾ ਉਧਰ ਦਾ ਠੋਲਾ ਲੱਗਦਾ, ਉਧਰ ਨੂੰ ਚੱਲ ਪਈਦਾ। ਜੇ ਤੁਮ ਲਾਵੈ ਤੇ ਤਹਮ ਲਾਗੇ। ਜਿੱਧਰ ਨੂੰ ਜਿਸ ਪਾਸੇ ਤੁਸੀਂ ਲਾਉਂਦੇ ਹੋ ਮਹਾਰਾਜ, ਉਸ ਪਾਸੇ ਅਸੀਂ ਲੱਗ ਜਾਂਦੇ ਹਾਂ। ਕਿਆ ਇਹ ਜੰਤ ਵਿਚਾਰੇ, ਇਹ ਵਿਚਾਰੇ ਜਨ ਤੇ ਜੀਵ ਕੀ ਚੀਜ਼ ਨੇ? ਆਪਣੀ ਮਰਜ਼ੀ ਥੋੜ੍ਹੀ ਕਰ ਸਕਦੇ। ਮਰਜ਼ੀ ਕਰਨ ਦੀ ਸਮਰੱਥਾ ਹੀ ਕੋਈ ਨਹੀਂ, ਤਾਕਤ ਹੀ ਕੋਈ ਨਹੀਂ ਹੈ। ਮਹਾਰਾਜ ਅਸੀਂ ਕੁਝ ਨਹੀਂ ਕਰ ਸਕਦੇ, ਆਪਣੀ ਮਰਜ਼ੀ ਨਾਲ ਕੁਝ ਨਹੀਂ ਹੁੰਦਾ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਨਾ। ਜਿਵੇਂ ਤੁਹਾਡਾ ਹੁਕਮ ਉਸ ਵਿੱਚ ਰਹਿੰਦੇ ਹਾਂ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ। ਮੇਰੇ ਰਾਮ ਤੂੰ ਅੰਤਰਜਾਮੀ। ਦੁਨੀਆ ਕੋਲੋਂ ਤੇ ਛੁਪਾ ਲਵਾਂਗਾ, ਮੁੱਕਰ ਜਾਵਾਂਗਾ। ਆਹ ਕੰਮ ਮੈਂ ਨਹੀਂ ਕੀਤਾ ਹੈ, ਮੈਨੂੰ ਨਹੀਂ ਪਤਾ ਹੈ। ਦੁਨੀਆ ਕੋਲੋਂ ਛੁਪਾਇਆ ਜਾਏਗਾ। ਪਰਮਾਤਮਾ ਤੂੰ ਅੰਤਰਜਾਮੀ, ਤੇਰੇ ਕੋਲੋਂ ਛੁਪਾਇਆ ਨਹੀਂ ਜਾਣਾ। ਤੂੰ ਤੇ ਮਨ ਦੀ ਜਾਣਨ ਵਾਲਾ ਹੈ। ਕਰ ਕਿਰਪਾ ਗੁਰਦੇਵ ਦਿਆਲਾ। ਦਿਆਲੂ ਸਤਿਗੁਰੂ ਸਾਡੇ ਤੇ ਕਿਰਪਾ ਕਰੋ। ਜਦੋਂ ਪੁੱਛਿਆ ਨਾ ਕਿਰਪਾ ਕਰੋ, ਤੇ ਮਹਾਰਾਜ ਕਹਿੰਦੇ 10 ਸਿੱਖਾਂ ਕੀ ਚਾਹੀਦਾ, ਕਿਹੜੀ ਕਿਰਪਾ ਚਾਹੀਦੀ ਹੈ? ਤੇ ਸਿੱਖ ਫਿਰ ਅੱਗੋਂ ਬਚਨ ਇਹ ਕਰਦਾ ਹੈ, ਸਤਿਗੁਰੂ ਕਿਰਪਾ ਕਰੋ। ਗੁਣ ਗਾਵਾਂ ਨਿਤ ਸੁਆਮੀ। ਮੈਂ ਤੁਹਾਡੇ ਗੁਣ ਗਾਉਂਦਾ ਰਵਾਂ, ਇਹ ਮੇਰੇ ਤੇ ਕਿਰਪਾ ਕਰੋ। ਜਿਉਂਦਿਆਂ ਤੁਹਾਡਾ ਨਾਮ ਚੇਤੇ ਰਵੇ, ਜਦੋਂ ਸਰੀਰ ਛੱਡਾ ਉਦੋਂ ਵੀ ਤੁਹਾਡਾ ਹੀ ਨਾਮ ਚੇਤੇ ਰਵੇ। ਐਸੀ ਬਖਸ਼ਿਸ਼ ਕਰਨਾ ਕਰੋ। ਰਹਾਓ 8 ਪਹਿਰ ਪ੍ਰਭ ਆਪਣਾ ਧਿਆਈਐ। 8 ਪਹਿਰ, 8 ਪਹਿਰ ਦੀ ਗਿਣਤੀ ਇਸ ਤਰ੍ਹਾਂ ਗੁਰਮੁਖੋ, ਜਿਹਨੂੰ ਆਪਾਂ ਕਹਿ ਦਿੰਦੇ ਹਾਂ 24 ਘੰਟੇ। ਮਹਾਰਾਜ 24 ਘੰਟੇ ਤੁਹਾਡਾ ਨਾਮ ਜਪੀਏ। ਇੱਥੇ ਸਾਡਾ ਸਵਾਲ ਇਹ ਹੁੰਦਾ ਵੀ ਮੈਂ 7-8 ਘੰਟੇ ਤੇ ਸੌਣਾ ਵੀ ਹੈ, ਫਿਰ 24 ਘੰਟੇ ਨਾਮ ਕਿਵੇਂ ਜਪਾਂਗਾ? ਗੁਰਮੁਖੋ ਜਿਹੜੇ ਜਾਗਦਿਆਂ ਨਾਮ ਜਪਦੇ ਨਾ, ਸੁੱਤਿਆਂ ਆਪਣੇ ਆਪ ਹੀ ਕੈਸਟ ਚੱਲਦੀ ਰਹਿੰਦੀ ਹੈ। ਜਿਹੜਾ ਕੰਮ ਤੂੰ ਜਾਗਦਿਆਂ ਹਰ ਵੇਲੇ ਕਰੇਗਾ, ਸੁੱਤਿਆਂ ਆਪਣੇ ਆਪ ਹੀ ਸਰੀਰ ਚੱਲੇਗਾ, ਆਪਣੇ ਆਪ ਹੀ ਜਪਿਆ ਜਾਏਗਾ। ਸੁਪਨੇ ਹੂੰ ਬਰੜਾਏ ਕਹਿ ਜਿਹੇ ਮੁਖ ਨਿਕਸੈ ਰਾਮ। ਕਈਆਂ ਲੋਕਾਂ ਨੂੰ ਆਦਤ ਹੁੰਦੀ ਰਾਤ ਨੂੰ ਬੋਲਦੇ,
ਉਹਨੂੰ ਕਹਿੰਦੇ ਬਰੜਾਉਣਾ, ਰਾਤ ਨੂੰ ਬੋਲਣਾ। ਸੁੱਤੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ, ਪਰ ਬੋਲਦੇ ਉਹੀ ਨੇ ਜੋ ਉਹਨਾਂ ਨੇ ਦਿਨੇ ਕੰਮ ਕੀਤਾ ਹੁੰਦਾ। ਦਿਨੇ ਕਿਸੇ ਨਾਲ ਗੱਲ ਕੀਤੀ ਹੈ ਨਾ, ਦਿਨੇ ਕਿਸੇ ਦਾ ਨਾਮ ਲਿਆ, ਦਿਨੇ ਕਿਸੇ ਨਾਲ ਗਏ ਜਾਂ ਆਏ, ਉਹੀ ਗੱਲ ਉਹ ਰਾਤ ਨੂੰ ਸੁੱਤਿਆਂ ਬੋਲੇਗਾ, ਉਸੇ ਕੰਮ ਦੇ ਮੁਤਾਬਕ ਹੀ ਬੋਲੇਗਾ। ਜਿਹੜਾ ਕੰਮ ਦਿਨੇ ਕੀਤਾ ਹੈ ਉਸੇ ਨੂੰ ਰਾਤ ਨੂੰ ਸੁੱਤਿਆਂ ਬੋਲਦਾ ਹੈ, ਉਹਨੂੰ ਕਹਿੰਦੇ ਬਰੜਾਉਂਦਾ ਪਿਆ ਹੈ, ਨੀਂਦ ਵਿੱਚ ਬੋਲਦਾ ਪਿਆ। ਤੇ ਗੁਰਮੁਖਾ ਦਿਨੇ ਜੇ ਤੂੰ ਨਾਮ ਜਪੇਗਾ ਨਾ ਤੇ ਰਾਤ ਨੂੰ ਵੀ ਫਿਰ ਇਸੇ ਤਰ੍ਹਾਂ ਨਾਮ ਦੇ ਵਿੱਚ ਹੀ ਬੋਲਦਾ ਹੈ। ਗੁਰ ਪ੍ਰਸਾਦ ਭਉ ਤਰਿਆ, ਸਤਿਗੁਰੂ ਦੀ ਕਿਰਪਾ ਹੋਵੇ ਤੇ ਡਰਦਾਇਕ ਜਿਹੜਾ ਸੰਸਾਰ ਇਹ ਤੋਂ ਤਰ ਜਾਈਦਾ ਹੈ। ਆਪ ਤਿਆਗ ਹੋਈਏ ਸਭ ਰੇਣਾ, ਗੁਰਮੁਖੋ ਆਪਾ ਭਾਵ ਛੱਡਣਾ ਹੈ। ਆਪਾ ਭਾਵ ਤੋਂ ਭਾਵ ਹੁੰਦਾ ਵੀ ਹੰਕਾਰ ਛੱਡਣਾ ਹੈ, ਮਾਨ ਛੱਡਣਾ ਹੈ, ਮਾਨ ਨਹੀਂ ਕਰਨਾ ਹੈ। ਮਾਨ ਛੱਡ ਕੇ, ਹੰਕਾਰ ਛੱਡ ਕੇ ਸਾਰਿਆਂ ਦੀ ਰੇਣਾ ਕਹੀਏ, ਚਰਨ ਧੂੜ ਹੋਣਾ ਕਰੀਏ। ਜੀਵਤਿਆਂ ਇਉ ਮਰਿਆ, ਜੀਵਤ ਭਾਵ ਤੋਂ ਮਰ ਜਾਣਾ ਹੈ। ਜਿਵੇਂ ਸਾਡੀਆਂ ਜਿਉਂਦਿਆਂ ਦੀਆਂ ਖੁਆਇਸ਼ਾਂ ਹੁੰਦੀਆਂ ਨਾ, ਇੱਛਾਵਾਂ ਹੁੰਦੀਆਂ, ਆਹ ਹੋ ਜਾਵੇ, ਆਹ ਬਣ ਜਾਵੇ, ਆਹ ਕਰ ਲਈਏ, ਇਹਨਾਂ ਖੁਆਇਸ਼ਾਂ ਦਾ ਤਿਆਗ ਕਰ ਦੇਣਾ, ਉਹਨੂੰ ਕਹਿੰਦੇ ਜੀਵਤ ਭਾਵ ਤੋਂ ਮਰਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਰਪਾ ਇਹ ਕਰੋ ਵੀ ਖੁਆਇਸ਼ ਕੋਈ ਰਹਿ ਨਾ ਜਾਵੇ, ਇੱਛਾ ਨਾ ਕੋਈ ਰਵੇ। ਮਹਾਰਾਜ ਐਸੀ ਦਾਤ ਦੇਣਾ ਕਰੋ। ਸਫਲ ਜਨਮ ਤਿਸ ਕਾ ਜਗ ਭੀਤਰ, ਜਗਤ ਵਿੱਚ, ਸੰਸਾਰ ਵਿੱਚ ਉਹਦਾ ਜਨਮ ਸਫਲਾ ਹੈ। ਗੁਰਮੁਖੋ ਸਾਰਿਆਂ ਦਾ ਨਹੀਂ। ਦੁਨੀਆ ਦੀ ਆਬਾਦੀ ਕੁਝ 8 ਅਰਬ ਦੇ ਨੇੜੇ ਪਹੁੰਚ ਗਈ ਹੈ, ਸਾਰੇ ਨਹੀਂ ਸਫਲੇ ਹੋਏ। ਮਹਾਰਾਜ ਕਹਿਣ ਲੱਗੇ ਕੋਈ ਵਿਰਲਾ ਹੈ ਜਿਹਦਾ ਸੰਸਾਰ ਵਿੱਚ ਜਨਮ ਸਫਲਾ ਹੈ। ਸਾਧ ਸੰਗ ਨਾਉ ਜਾਪੇ, ਇੱਕ ਸਿੱਖ ਨੇ ਉੱਠ ਕੇ ਪੁੱਛ ਹੀ ਲਿਆ, ਮਹਾਰਾਜ ਫਿਰ ਸਫਲਾ ਕੌਣ ਹੈ? ਤੁਸੀਂ ਆਖਦੇ ਵੀ ਸਾਰੇ ਨਹੀਂ ਸਫਲੇ, ਕੋਈ ਹੈ, ਉਹ ਕੋਈ ਕਿਹੜਾ ਹੈ? ਮਹਾਰਾਜ ਕਹਿਣ ਲੱਗੇ ਸਫਲਾ ਉਹ ਹੈ ਸਾਧ ਸੰਗ ਨਾਉ ਜਾਪੇ, ਜਿਹਨੇ ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪਿਆ। ਜਿੱਥੇ ਤੁਸੀਂ ਆ ਕੇ ਬੈਠੇ ਹੋ ਨਾ ਸੰਗਤ ਵਿੱਚ, ਜਿਹੜਾ ਇੱਥੇ ਬੈਠ ਕੇ ਬਾਣੀ ਪੜ੍ਹਦਾ, ਵਾਹਿਗੁਰੂ ਕਹਿੰਦਾ, ਭਾਈ ਉਹ ਸਫਲਾ ਦੁਨੀਆ ਤੇ ਆਇਆ। ਬਾਕੀ ਤੇ ਦੁਨੀਆ ਐਵੇਂ ਕੀੜੇ ਮਕੌੜਿਆਂ ਦੇ ਵਾਂਗ ਜੰਮਣ ਮਰਨ ਵਾਸਤੇ ਆਈ ਹੈ। ਸਗਲ ਮਨੋਰਥ ਤਿਸਕੇ ਪੂਰਨ, ਉਸਦੇ ਮਨੋਰਥ, ਮਨ ਦੀਆਂ ਇੱਛਾ ਸਾਰੀਆਂ ਪੂਰੀਆਂ ਹੋ ਜਾਂਦੀਆਂ ਹਨ। ਜਿਸ ਦਇਆ ਕਰੇ ਪ੍ਰਭ ਆਪੇ, ਜਿਹਦੇ ਉੱਪਰ ਉਹ ਆਪ ਦਿਆਲਤਾ ਕਰੇ, ਕਿਰਪਾ ਕਰੇ, ਭਾਈ ਉਹ ਸਫਲਾ ਹੋ ਜਾਂਦਾ ਹੈ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਦੀਨਾਂ ਤੇ ਦਿਆਲਤਾ ਕਰਨ ਵਾਲਾ, ਹਰ ਵੇਲੇ ਕਿਰਪਾਲਤਾ ਮਿਹਰ ਕਰਦਾ ਸੁਆਮੀ ਮਾਲਕ ਹੈ। ਤੇਰੀ ਸ਼ਰਨ ਦਿਆਲਾ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਆ, ਦਿਆਲੂ ਕਿਰਪਾ ਕਰ। ਤੂੰ ਪਿੱਛੇ ਵੀ ਕਿਰਪਾ ਕਰਨ ਵਾਲਾ, ਹੁਣ ਵੀ ਕਿਰਪਾ ਕਰਨ ਵਾਲਾ, ਆਉਣ ਵਾਲੇ ਸਮੇਂ ਵਿੱਚ ਵੀ ਕਿਰਪਾ ਕਰਨ ਵਾਲਾ, ਸਾਡੇ ਤੇ ਕਿਰਪਾ ਕਰ। ਕਰ ਕਿਰਪਾ ਆਪਣਾ ਨਾਮ ਦੀਜੈ। ਉਦੋਂ ਪੁੱਛਿਆ, ਸਤਿਗੁਰਾਂ ਨੇ ਪੁੱਛਿਆ ਵੀ ਸਿੱਖਾ ਕਿਹੋ ਜੀ ਕਿਰਪਾ ਲੈਣੀ ਚਾਹੁੰਦਾ ਹੈ? ਤੇ ਸਿੱਖ ਦੀ ਬੇਨਤੀ ਇਹ ਹੈ, ਕਰ ਕਿਰਪਾ ਆਪਣਾ ਨਾਮ ਦੀਜੈ। ਜੇ ਕਿਰਪਾ ਕਰਨੀ ਹੈ ਤੇ ਆਪਣੇ ਨਾਮ ਦੀ ਖੈਰਾਤ ਮੇਰੀ ਝੋਲੀ ਪਾ ਦਿਓ, ਖੈਰ ਪਾ ਦਿਓ ਨਾਮ ਦੀ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਇਹ ਮੈਨੂੰ ਖੈਰਾਤ ਦੇਣਾ ਕਰੋ। ਨਾਨਕ ਸਾਦਰ ਵਾਲਾ, ਆਪ ਜੀ ਦੇ ਜਿਹੜੇ ਸਾਧੂ ਨੇ ਨਾ, ਗੁਰਮੁਖ ਨਾਮ ਜਪਣ ਵਾਲੇ, ਉਹਨਾਂ ਦੇ ਚਰਨਾਂ ਦੀ ਧੂੜੀ ਮੈਂ ਬਣ ਜਾਣਾ ਕਰਾਂ, ਇਹ ਕਿਰਪਾ ਕਰੋ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਪਹਿਲਾ। ਰਾਗ ਸੂਹੀ ਦੇ ਵਿੱਚ ਇੱਥੋਂ ਹੁਣ ਪਹਿਲੇ ਪਾਤਸ਼ਾਹ ਦੀ ਬਾਣੀ ਸ਼ੁਰੂ ਹੋਣ ਲੱਗੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਬਦ ਆਪਾਂ ਸਰਵਨ ਕਰ ਲਏ ਨੇ। ਹੁਣ ਇਹ ਸ਼ਬਦ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆ ਰਿਹਾ ਹੈ। ਅਸ਼ਟਪਦੀਆਂ ਤੋਂ ਭਾਵ ਹੁੰਦਾ ਵੀ ਇਹ 8 ਪੌੜੀਆਂ ਦਾ ਸ਼ਬਦ ਹੋਵੇਗਾ ਔਰ ਪਹਿਲੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਨਿਰੰਕਾਰ ਪਰਮੇਸ਼ਰ ਇੱਕ ਹੀ ਹੈ, ਪਰ ਉਹਦੀ ਪ੍ਰਾਪਤੀ ਗੁਰੂ ਦੀ ਖੁਸ਼ੀ ਨਾਲ ਹੁੰਦੀ ਹੈ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਇਹ ਬੇਨਤੀ ਕਰ ਮਹਾਰਾਜ ਮੇਰੇ ਵਿੱਚ ਅਵਗੁਣ ਹੀ ਅਵਗੁਣ ਨੇ, ਗੁਣ ਮੇਰੇ ਵਿੱਚ ਹੈ ਹੀ ਕੋਈ ਨਹੀਂ।
ਤੇ ਜੇ ਗੁਣ ਇੱਕ ਅੱਧਾ ਕਿਤੇ ਹੋਇਆ ਵੀ ਤੇ ਉਹ ਵੀ ਕਿਤੇ ਥੱਲੇ ਹੀ ਦੱਬਿਆ ਹੋਵੇਗਾ, ਲੁਕਿਆ ਹੀ ਹੋਵੇਗਾ, ਉਹ ਵੀ ਲੱਭਣਾ ਬੜਾ ਔਖਾ ਹੈ। ਘਰ ਭਰਿਆ ਹੋਵੇ ਨਾ ਸਮਾਨ ਦੇ ਨਾਲ ਤੇ ਉੱਥੋਂ ਇੱਕ ਚੀਜ਼ ਲੱਭਣੀ ਬੜੀ ਔਖੀ ਹੈ। ਮਹਾਰਾਜ ਮੇਰੇ ਵਿੱਚ ਔਗਣ ਹੀ ਔਗਣ ਨੇ, ਮੇਰਾ ਸਰੀਰ ਔਗਣਾਂ ਦਾ ਭਰਿਆ। ਤੇ ਗੁਰਮੁਖੋਂ ਮਾਫੀ ਉਹਨੂੰ ਮਿਲਦੀ ਹੈ ਜਿਹੜਾ ਇਹ ਗੱਲ ਮੰਨਦਾ ਹੈ। ਜਿੰਨਾ ਚਿਰ ਮੰਨਦੇ ਨਹੀਂ ਉਹਨਾਂ ਚਿਰ ਮਾਫੀ ਨਹੀਂ ਹੈ। ਗੁਰਬਾਣੀ ਦਾ ਬਚਨ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਪਰ ਕਦੇ ਆਪਾਂ ਕਿਹਾ ਮੇਰੇ ਵਿੱਚ ਔਗਣ ਹੈ? ਆਪਾਂ ਤੇ ਆਪ ਦੇ ਗੁਣਾਂ ਦਾ ਵਰਣਨ ਕਰਦੇ ਹਾਂ, ਜਿਉਂਦਿਆਂ ਵੀ ਕਰਦੇ ਹਾਂ। ਜੇ ਕੋਈ ਮਰ ਜਾਵੇ ਤੇ ਮਗਰੋਂ ਸ਼ਰਧਾਂਜਲੀ ਦੇਣ ਵਾਲੇ ਖੜੇ ਹੋ ਜਾਂਦੇ ਵੀ ਇਹਨੇ ਆਹ ਕੀਤਾ, ਇਹਨੇ ਆਹ ਕੀਤਾ, ਇਹਨੇ ਆਹ ਕੀਤਾ, ਦੁਨੀਆ ਇਹਦੇ ਮੋਢਿਆਂ ਤੇ ਖਲੋਤੀ ਸੀ। ਅਸੀਂ ਤੇ ਜਿਉਂਦਿਆਂ ਵੀ ਆਪਣੇ ਸੋਹਲੇ ਗਾਏ, ਮਰਨ ਤੋਂ ਮਗਰੋਂ ਵੀ ਕਈ ਚਮਚੇ ਆ ਜਾਣਗੇ ਗਾਉਣ ਵਾਸਤੇ ਸੋਹਲੇ। ਮਹਾਰਾਜ ਕਹਿਣ ਲੱਗੇ ਬੇਨਤੀ ਕਰ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਮਹਾਰਾਜ ਮੇਰੇ ਵਿੱਚ ਨੇ ਅਵਗੁਣ, ਗੁਣ ਮੇਰੇ ਵਿੱਚ ਹੈ ਕੋਈ ਨਹੀਂ, ਮੈਂ ਤੇ ਅਵਗੁਣਾਂ ਦਾ ਭਰਿਆ ਹਾਂ। ਕਿਉਂ ਕਰ ਕੰਤ ਮਿਲਾਵਾ ਹੋਈ। ਫਿਰ ਮੈਨੂੰ ਪਤੀ ਪਰਮਾਤਮਾ ਮਿਲੇ ਕਿਵੇਂ? ਕਿਉਂਕਿ ਉਹ ਪਰਮਾਤਮਾ ਪਤੀ ਹੈ ਨਾ, ਤੇ ਪਤੀ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਪਤੀ ਖੁਸ਼ ਹੋਵੇ। ਮਹਾਰਾਜ ਉਹ ਪਤੀ ਪਰਮਾਤਮਾ ਮੇਰੇ ਤੇ ਖੁਸ਼ ਕਿਵੇਂ ਹੋਵੇ, ਮੈਨੂੰ ਕਿਵੇਂ ਮਿਲੇ? ਕਿਉਂਕਿ ਮੇਰੇ ਵਿੱਚ ਅਵਗੁਣ ਹਨ। ਨਾ ਮੈਂ ਰੂਪ ਨਾ ਬੰਕੇ ਨੈਣਾ। ਦੁਨੀਆ ਦਾ ਵਿਚਾਰ ਇਹ ਹੈ ਵੀ ਸੋਹਣਾ ਰੂਪ ਹੋਵੇ ਤੇ ਸੋਹਣੀਆਂ ਅੱਖਾਂ ਹੋਣ ਤੇ ਤਾਂ ਪਤੀ ਦੀ ਖੁਸ਼ੀ ਮਿਲਦੀ ਹੈ। ਤੇ ਅੱਗੇ ਬਚਨ ਕਰਦੇ ਹਨ, ਨਾ ਕੁਲ ਢੰਗ ਨਾ ਮਿੱਠੇ ਬਹਿਣਾ। ਚੰਗੀ ਕੁਲ ਹੋਵੇ, ਚੰਗਾ ਢੰਗ ਤਰੀਕਾ ਕੰਮ ਕਰਨ ਦਾ ਹੋਵੇ ਤੇ ਮਿੱਠਾ ਮਿੱਠਾ ਬੋਲਣ ਦਾ ਇਹ ਜ਼ੁਬਾਨ ਹੋਵੇ, ਮਿੱਠਾ ਬੋਲਦੀ ਹੋਵੇ ਤੇ ਉਹਨੂੰ ਪਤੀ ਮਿਲ ਜਾਂਦਾ ਹੈ, ਪਤੀ ਦੀ ਖੁਸ਼ੀ ਹੋ ਜਾਂਦੀ ਹੈ। ਪਰ ਬਚਨ ਇਹ ਹੈ, ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਹਨ, ਨਾ ਮੈਂ ਰੂਪ ਨਾ ਬੰਕੇ ਨੈਣਾ। ਮਹਾਰਾਜ ਮੇਰੇ ਕੋਲ ਨਾ ਮੈਂ ਰੂਪ, ਰੂਪ ਤੋਂ ਭਾਵ ਹੈ ਸਫਾਈ ਰੂਪੀ ਰੂਪ ਮੇਰੇ ਕੋਲ ਕੋਈ ਨਹੀਂ ਹੈ। ਮੇਰੀ ਤੇ ਆਪਣੀ ਸਫਾਈ ਨਹੀਂ ਹੈ। ਸਫਾਈ ਤੋਂ ਬਿਨਾ ਪਰਮਾਤਮਾ ਕਿਵੇਂ ਮਿਲੇ? ਜਿੱਥੇ ਸਫਾਈ ਹੈ ਉੱਥੇ ਖੁਦਾਈ ਹੈ। ਦੁਨੀਆ ਦੇ ਕੁਝ ਮਤ ਇਹੋ ਜਿਹੇ ਨੇ ਜਿਹੜੇ ਮੈਲ ਚੁੱਕ ਕੇ ਤੁਰੇ ਫਿਰਦੇ। ਮਹਾਰਾਜ ਨੇ ਆਖਿਆ, ਗੁਰੂ ਕਿਹਾ ਸਿੱਖਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਮੈਲ ਦਾ ਤਿਆਗ ਕਰਨਾ ਹੈ। ਨਾ ਮੈਂ ਰੂਪ, ਮੇਰੇ ਕੋਲ ਸਫਾਈ ਰੂਪੀ ਰੂਪ ਨਹੀਂ ਹੈ, ਇਹ ਨਿਮਰਤਾ ਨਾਲ ਬੇਨਤੀ ਕਰਨੀ ਹੈ। ਨਾ ਬੰਕੇ ਨੈਣਾ, ਨੈਣ ਹੁੰਦੇ ਦੋ, ਅੱਖਾਂ ਦੋ ਹੁੰਦੀਆਂ, ਪਰ ਰੱਬ ਦੇ ਪਿਆਰਿਆਂ ਦੀਆਂ ਦੋ ਅੱਖਾਂ ਕਿਹੜੀਆਂ ਨੇ? ਇੱਕ ਹੈ ਸਿਮਰਤੀ, ਦੂਜਾ ਹੈ ਸੁਰਤੀ। ਸਿਮਰਤੀ ਤੋਂ ਭਾਵ ਲੈ ਲੈਣਾ ਧਾਰਮਿਕ ਗ੍ਰੰਥ, ਤੇ ਸੁਰਤੀ ਤੋਂ ਭਾਵ ਲੈ ਲੈਣਾ ਹੈ ਤੇਰਾ ਧਿਆਨ। ਮਹਾਰਾਜ ਨਾ ਮੈਂ ਕਦੇ ਧਾਰਮਿਕ ਗ੍ਰੰਥ ਪੜ੍ਹਿਆ, ਨਾ ਮੈਂ ਕਦੇ ਧਾਰਮਿਕ ਗ੍ਰੰਥ ਸੁਣਿਆ, ਨਾ ਮੈਂ ਕਦੇ ਆਪਣਾ ਧਿਆਨ ਟਿਕਾਇਆ ਹੈ। ਜੇ ਕੋਈ ਧਾਰਮਿਕ ਗ੍ਰੰਥ ਪੜ੍ਹਦਾ ਵੀ ਹੋਵੇ ਤੇ ਮੇਰਾ ਧਿਆਨ ਨਹੀਂ ਟਿਕਦਾ। ਮੈਂ ਤੇ ਸੰਗਤ ਵਿੱਚ ਬੈਠਾ ਪਤਾ ਨਹੀਂ ਕਿੱਥੇ ਅਮਰੀਕਾ ਅਫਰੀਕਾ ਵਿੱਚ ਪਹੁੰਚ ਜਾਂਦਾ। ਆਪਣੀ ਵੀ ਹਾਲਤ ਐਸੀ ਹੈ ਨਾ। ਹੁਣ ਆਪਾਂ ਗਿਆਨ ਦਾ ਗ੍ਰੰਥ ਪੜ੍ਹਦੇ ਪਏ ਹਾਂ, ਗੁਰੂ ਦੀ ਬਾਣੀ ਦੇ ਅਰਥ ਸਰਵਣ ਕਰਦੇ ਪਏ, ਸਾਨੂੰ ਬੈਠਿਆਂ ਬੈਠਿਆਂ ਪਤਾ ਨਹੀਂ ਲੱਗਾ ਵੀ ਇਹ ਮਨ ਸਾਡਾ ਕਦੋਂ ਬਾਹਰ ਚਲੇ ਗਿਆ, ਵਿਦੇਸ਼ ਚਲੇ ਗਿਆ, ਮਿੰਟਾਂ 'ਚ ਵਾਪਸ ਆ ਗਿਆ, ਕਦੇ ਘਰ ਦੇ ਵਿਹੜੇ ਵਿੱਚ ਪਹੁੰਚ ਗਿਆ, ਕਦੇ ਪੁੱਤ ਪੋਤਰਿਆਂ ਚਲਾ ਗਿਆ, ਕਦੇ ਰਿਸ਼ਤੇਦਾਰੀਆਂ 'ਤੇ ਪਹੁੰਚ ਗਿਆ, ਕਦੇ ਕੰਮ ਵਿੱਚ ਪਹੁੰਚਿਆ ਬੈਠਾ ਹੈ। ਮਨ ਨਹੀਂ ਟਿਕਿਆ ਹੈ, ਦੌੜਿਆ ਹੋਇਆ ਹੈ। ਨਾ ਬੰਕੇ ਨੈਣਾ। ਮਹਾਰਾਜ ਨਾ ਮੈਂ ਧਾਰਮਿਕ ਗ੍ਰੰਥ ਪੜ੍ਹਿਆ ਹੈ, ਨਾ ਮੈਂ ਧਾਰਮਿਕ ਗ੍ਰੰਥ ਨੂੰ ਕਦੇ ਸੁਰਤ ਟਿਕਾ ਕੇ ਸੁਣਿਆ ਹੈ, ਸੁਣਿਆ ਵੀ ਕਦੇ ਨਹੀਂ ਹੈ। ਮੇਰੀ ਐਸੀ ਹਾਲਤ ਹੈ। ਜਦੋਂ ਧਾਰਮਿਕ ਗ੍ਰੰਥ ਪੜ੍ਹਾਂਗੇ ਨਹੀਂ, ਉਹਨੂੰ ਸੁਣਾਂਗੇ ਨਹੀਂ, ਫਿਰ ਗਿਆਨ ਕਿਵੇਂ ਹੋਵੇਗਾ? ਗਿਆਨ ਨਹੀਂ ਹੋਵੇਗਾ ਤੇ ਰੱਬ ਕਿਵੇਂ ਮਿਲਦਾ ਹੈ? ਨਾ ਕੁਲ ਢੰਗ ਨਾ ਮਿੱਠੇ ਬਹਿਣਾ। ਨਾ ਮੇਰੀ ਚੰਗੀ ਕੁਲ ਹੈ, ਅਚੁੱਤ ਕੁਲ ਸੰਤਾਂ ਵਾਲੀ। ਸੰਤਾਂ ਦੀ ਕੁਲ ਕੀ ਹੈ? ਸੰਤ ਨਾਮ ਜਪਦਾ ਨਾ, ਉਹਦੀ ਸੰਗਤ ਕਰਨ ਵਾਲਾ ਚੇਲਾ ਉਹ ਵੀ ਨਾਮ ਜਪਦਾ, ਤੇ ਉਹਨਾਂ ਦੀ ਕੁਲ ਤੇ ਚੰਗੀ ਹੋਈ ਨਾ। ਸੰਤ ਦਾ ਚੇਲਾ ਹੀ ਸੰਤ ਦੀ ਕੁਲ ਹੁੰਦਾ ਹੈ, ਕਿਉਂਕਿ ਸੰਤ ਨੇ ਆਪ ਤੇ ਵਿਆਹ ਕਰਵਾਇਆ ਨਹੀਂ, ਆਪਣੇ ਚੇਲੇ ਨੂੰ ਹੀ ਉਹਨੇ ਆਪਣਾ ਪੁੱਤਰ ਬਣਾਇਆ, ਆਪਣਾ ਉੱਤਰਾਧਿਕਾਰੀ ਬਣਾਇਆ। ਪਰ ਸੰਤ ਆਪ ਵੀ ਨਾਮ ਜਪਦਾ, ਆਪਣੇ ਚੇਲੇ ਤੋਂ ਵੀ ਜਪਾਉਂਦਾ ਹੈ। ਮਹਾਰਾਜ ਨਾ ਮੈਂ ਕਿਸੇ ਸੰਤ ਦਾ ਚੇਲਾ ਬਣਿਆ, ਮੇਰੀ ਇਹ ਵੀ ਕੋਈ ਚੰਗੀ ਕੁਲ ਨਹੀਂ ਹੈ, ਕਿਸੇ ਸਾਧੂ ਦੀ ਸੇਵਾ ਨਹੀਂ ਕੀਤੀ ਹੈ।
ਨਾ ਢੰਗ, ਮੇਰੇ ਕੋਲ ਜਪ ਤਪ ਕਰਨ ਦਾ ਵੀ ਢੰਗ ਨਹੀਂ। ਕੁਝ ਲੋਕ ਤੜਕੇ ਉੱਠ ਪੈਂਦੇ, ਕੁਝ ਲੋਕ ਜਪ ਕਰਦੇ, ਕੋਈ ਤਪ ਕਰਦੇ, ਕੋਈ ਮਾਲਾ ਫੇਰਦਾ ਹੈ, ਇਸੇ ਤਰ੍ਹਾਂ ਕੋਈ ਸਿਮਰਨ ਕਰਦਾ ਪਿਆ। ਮਹਾਰਾਜ ਮੈਨੂੰ ਤੇ ਇਹ ਵੀ ਨਹੀਂ ਆਉਂਦਾ ਵੀ ਤੜਕੇ ਕਿਵੇਂ ਉੱਠੀਦਾ, ਮਾਲਾ ਕਿਵੇਂ ਫੇਰੀਦੀ ਹੈ, ਜਪ ਕਿਵੇਂ ਕਰੀਦਾ, ਤਪ ਕਿਵੇਂ ਕਰੀਦਾ, ਮੈਨੂੰ ਇਹ ਵੀ ਨਹੀਂ ਆਉਂਦਾ ਹੈ। ਨਾ ਬੀਠੇ ਬਹਿਣਾ, ਨਾ ਮੇਰੇ ਕੋਲ ਚੰਗੀ ਜ਼ੁਬਾਨ ਹੈ। ਮੈਂ ਤੇ ਜਦੋਂ ਬੋਲਦਾ ਕੌੜਾ ਹੀ ਬੋਲਦਾ, ਰੁੱਖਾ ਹੀ ਬੋਲਦਾ। ਮੇਰੇ ਕੋਲ ਚੰਗਾ ਬੋਲਣ ਵਾਲੀ ਜ਼ੁਬਾਨ, ਮਿੱਠਾ ਬੋਲਣ ਵਾਲੀ ਨਹੀਂ ਹੈ। ਰਹਾਉ ਸਹਿਜ ਸ਼ਿੰਗਾਰ ਕਾਮਣ ਕਰ ਆਵੈ। ਜਦੋਂ ਜਗਿਆਸੂ ਨੇ ਇਹ ਬੇਨਤੀ ਕੀਤੀ ਨਾ ਵੀ ਰੱਬ ਮੈਨੂੰ ਤੇ ਮਿਲੇਗਾ ਨਹੀਂ, ਮੇਰੇ ਵਿੱਚ ਤੇ ਸਾਰੇ ਔਗਣ ਨੇ, ਫਿਰ ਸੰਤ ਨੇ, ਸਾਧੂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ ਉਹ ਭਲਿਆ ਇੰਨੀ ਛੇਤੀ ਥੱਕ ਨਾ ਜਾਇਆ ਕਰ, ਹਾਰ ਨਾ ਮੰਨ ਲਿਆ ਕਰ। ਸਹਿਜ ਸ਼ਿੰਗਾਰ ਕਾਮਨ ਕਰ ਆਵੈ, ਜੇ ਕਰਕੇ ਇਹ ਜੀਵ ਇਸਤਰੀ ਸ਼ਾਂਤੀ ਦਾ ਹੀ ਸ਼ਿੰਗਾਰ ਕਰ ਲਵੇ ਨਾ, ਸ਼ਾਂਤ ਰਹਿਣ ਲੱਗ ਪਵੇ। ਜੋ ਰੱਬ ਕਰਦਾ ਹੈ ਉਹ ਠੀਕ ਕਰਦਾ ਹੈ, ਬਸ ਆਹੀ ਕੱਲਾ ਸ਼ਿੰਗਾਰ ਕਰ ਲਾ, ਇਹ ਵੀ ਸ਼ਿੰਗਾਰ ਹੀ ਹੈ। ਸੁਹਾਗਣਾ ਇਸਤਰੀਆਂ ਸ਼ਿੰਗਾਰ ਕਰਦੀਆਂ ਨਾ ਵਿਆਹ ਤੋਂ ਬਾਅਦ ਵਿੱਚ। ਮਹਾਰਾਜ ਕਹਿਣ ਲੱਗੇ ਤੇਰਾ ਸ਼ਿੰਗਾਰ ਇਹ ਹੈ ਵੀ ਜਿਹੜਾ ਸ਼ਾਂਤ ਰਹਿਣਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਮਿਲ ਕੇ ਆਖੀਏ ਜੋ ਤੁਧ ਭਾਵੈ ਸਾਈ ਭਲੀ ਕਾਰ। ਕਿਉਂਕਿ ਫਿਰ ਬੰਦਾ ਸਾਵਧਾਨ ਰਹਿੰਦਾ ਨਾ, ਕਈ ਵਾਰੀ ਨੀਂਦ ਆਉਣ ਲੱਗ ਪੈਂਦੀ ਹੈ ਜਾਂ ਮਨ ਕਿਤੇ ਦੌੜ ਜਾਂਦਾ। ਮਿਲ ਕੇ ਜਪਾਂਗੇ ਤੇ ਫਿਰ ਮਨ ਦੇ ਇਹਨਾਂ ਸੰਕਲਪਾਂ ਦੇ ਨਾਲ ਜੰਗ ਕਰਕੇ ਜਿੱਤਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਪਏ ਹਾਂ, ਮਿਲ ਕੇ ਆਖੋ ਜੋ ਤਿਸ ਭਾਵੈ ਸਾਈ ਭਲੀ ਕਾਰ। ਇਹ ਹੈ ਸ਼ਾਂਤ ਰਹਿਣਾ। ਜੋ ਕੁਝ ਹੁੰਦਾ ਪਿਆ ਨਾ ਪ੍ਰਮਾਤਮਾ ਤੇਰੇ ਹੁਕਮ ਦੇ ਵਿੱਚ ਹੀ ਹੈ, ਮੈਨੂੰ ਮਨਜ਼ੂਰ ਹੈ, ਜੋ ਮਰਜ਼ੀ ਹੋਈ ਜਾਵੇ। ਇਹ ਸ਼ਿੰਗਾਰ ਕਰਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਵੇਲੇ ਸ਼ਾਂਤੀ ਦਾ ਸ਼ਿੰਗਾਰ ਕਰਦਾ ਹੈ, ਕਾਮਣ ਕਰ ਆਵੈ ਤਾਂ ਸੁਹਾਗਣ ਜਾਂ ਕੰਤੇ ਭਾਵੈ। ਮਹਾਰਾਜ ਕਹਿਣ ਲੱਗੇ ਤਾਂ ਉਹ ਸੁਹਾਗਣ ਜੀਵ ਇਸਤਰੀ ਪ੍ਰਮਾਤਮਾ ਨੂੰ ਭਾਉਂਦੀ ਹੈ ਜਦੋਂ ਸ਼ਾਂਤੀ ਦਾ ਸ਼ਿੰਗਾਰ ਕਰਨ ਰੂਪੀ ਘਰ ਵਿੱਚ ਆਉਣਾ ਕਰੇ, ਤਾਂ ਉਹ ਪ੍ਰਮਾਤਮਾ ਨੂੰ ਭਾਉਂਦਾ ਹੈ। ਆਪਾਂ ਤਾਂ ਰੱਬ ਨੂੰ ਚੰਗੇ ਲੱਗਾਂਗੇ ਜੇ ਅਸੀਂ ਉਹਦੇ ਹੁਕਮ ਨੂੰ ਸ਼ਾਂਤ ਰਹਿ ਕੇ ਮੰਨਦੇ ਹਾਂ। ਨਾ ਤਿਸ ਰੂਪ ਨਾ ਰੇਖਿਆ ਕਾਈ। ਪਰ ਗੁਰਮੁਖੋ ਪ੍ਰਮਾਤਮਾ ਦਾ ਕੋਈ ਰੂਪ ਨਹੀਂ ਹੈ, ਰੱਬ ਦਾ ਕੋਈ ਰੂਪ ਨਹੀਂ ਹੈ। ਤੁਸੀਂ ਮਤਾ ਸੋਚੋ, ਆਪਾਂ ਨੂੰ ਫੋਟੋਆਂ ਵਿਖਾਈਆਂ ਜਾਂਦੀਆਂ ਨਾ, 10ਵੇਂ ਪਾਤਸ਼ਾਹ ਦੀ ਫੋਟੋ, ਪਹਿਲੇ ਪਾਤਸ਼ਾਹ ਦੀ ਫੋਟੋ ਹੈ, ਕੋਈ ਮੂਰਤੀ ਬਣਾ ਲੈਂਦਾ, ਭਗਵਾਨ ਕ੍ਰਿਸ਼ਨ ਦੀ ਮੂਰਤੀ ਹੈ, ਫਲਾਣੇ ਦੀ ਮੂਰਤੀ ਹੈ। ਪਰਮਾਤਮਾ ਦਾ ਕੋਈ ਰੂਪ ਨਹੀਂ ਹੈ। ਤੇ ਸਾਡੇ ਸੰਕਲਪ ਨੇ, ਸਾਡੀ ਵਿਚਾਰ ਹੈ ਵੀ ਉਹ ਇਸ ਤਰ੍ਹਾਂ ਦਾ ਹੋਵੇਗਾ, ਪਰ ਉਹਦਾ ਕੋਈ ਰੂਪ ਨਹੀਂ, ਰੂਪ ਤੋਂ ਪਰੇ ਹੈ। ਨਾ ਤੇ ਸਰੂਪ ਨਾ ਰੇਖਿਆ ਕਾਈ। ਸਾਡੇ ਮੱਥੇ ਤੇ ਰੇਖਾ ਹੈ, ਉਹਦੇ ਮੁਤਾਬਕ ਅਸੀਂ ਚੱਲਦੇ ਪਏ ਹਾਂ, ਸਾਡੇ ਕਰਮ ਲਿਖੇ ਹੋਏ। ਪਰਮਾਤਮਾ ਦੇ ਮੱਥੇ ਤੇ ਕੋਈ ਰੇਖਾ ਨਹੀਂ ਲਿਖੀ ਹੈ, ਉਹ ਰੇਖਾ ਤੋਂ ਪਰੇ ਹੈ, ਕਿਸੇ ਰੂਪ ਰੇਖ ਵਿੱਚ ਨਹੀਂ ਆਉਂਦਾ ਹੈ। ਅੰਤ ਨਾ ਸਾਹਿਬ ਸਿਮਰਿਆ ਜਾਈ। ਸਾਡੇ ਵਿੱਚੋਂ ਬਹੁਤਿਆਂ ਦੀ ਵਿਚਾਰ ਇਹ ਹੈ ਵੀ ਮੈਨੂੰ ਹੁਣ ਮੇਰੀ ਜ਼ਿੰਦਗੀ ਹੈ, ਨੌਜਵਾਨ ਆ, ਮੈਂ ਖਾ ਲਵਾਂ, ਪੀ ਲਵਾਂ, ਮੌਜਾਂ ਕਰ ਲਵਾਂ, ਨੱਚ ਟੱਪ ਲਵਾਂ, ਜਦੋਂ ਬੁੱਢਾ ਹੋਵਾਂਗਾ ਨਾ ਉਦੋਂ ਨਾਮ ਜਪਾਂਗਾ। ਜਾਂ ਕਈਆਂ ਦੀ ਵਿਚਾਰ ਹੈ ਵੀ ਗ੍ਰੰਥ ਵਿੱਚ ਇਹ ਲਿਖਿਆ ਵੀ ਜਿਹੜਾ ਬੰਦਾ ਮਰਨ ਵੇਲੇ ਵਾਹਿਗੁਰੂ ਕਹੇਗਾ ਉਹ ਬਚ ਜਾਏਗਾ, ਤੇ ਮੈਂ ਤੇ ਬੜੀ ਚਲਾਕੀ ਕਰਾਂਗਾ, ਜਦੋਂ ਮੈਨੂੰ ਜਾਮ ਦਿਸਣਗੇ ਮੈਂ ਉਦੋਂ ਛੇਤੀ ਨਾਲ ਕਵਾਂਗਾ ਵਾਹਿਗੁਰੂ ਵਾਹਿਗੁਰੂ ਤੇ ਮੈਂ ਬਚ ਜਾਵਾਂਗਾ। ਮਹਾਰਾਜ ਕਹਿਣ ਲੱਗੇ ਤੇਰੀ ਚਲਾਕੀ ਜਮਾ ਅੱਗੇ ਕੋਈ ਨਹੀਂ ਚੱਲਣੀ ਹੈ। ਉਹਨਾਂ ਨੇ ਫੜਨਾ ਹੀ ਤੈਨੂੰ ਗਿੱਚੀ ਤੋਂ ਆ ਕੇ, ਵਾਹਿਗੁਰੂ ਤੇ ਨਿਕਲਣ ਨਹੀਂ ਦੇਣਾ ਉਹਨਾਂ ਨੇ, ਤਾਂ ਹੁਣ ਤੋਂ ਫੜਨਾ। ਅੰਤ ਨਾ ਸਾਹਿਬ ਸਿਮਰਿਆ ਜਾਈ। ਜਦੋਂ ਤੇਰਾ ਅੰਤ ਵੇਲਾ ਆ ਗਿਆ ਨਾ, ਤੂੰ ਭਾਵੇਂ ਲੱਖ ਯਤਨ ਕਰ ਲਈ, ਤੇਰੇ ਕੋਲੋਂ ਸਿਮਰਿਆ ਨਹੀਂ ਹੋ ਜਾਣਾ, ਤੇਰੇ ਕੋਲੋਂ ਵਾਹਿਗੁਰੂ ਨਿਕਲਣਾ ਹੀ ਨਹੀਂ ਹੋ। ਕਾਹਲੀ ਦੇ ਨਾਲ ਘਰ ਛੱਡਣਾ ਹੋਵੇ ਨਾ, ਛੇਤੀ ਦੇ ਨਾਲ, ਤੇ ਕਈ ਚੀਜ਼ਾਂ ਘਰ ਵਿੱਚ ਹੀ ਰਹਿ ਜਾਂਦੀਆਂ। ਗੱਡੀ 'ਚ ਰਾਹ ਵਿੱਚ ਜਾਂਦਿਆਂ ਚੇਤਾ ਆਉਂਦਾ ਵੀ ਉਹ ਫਲਾਣੀ ਚੀਜ਼ ਰਹਿ ਗਈ ਹੈ, ਕਿਉਂਕਿ ਛੇਤੀ ਨਾਲ ਛੱਡਿਆ ਨਾ, ਹਫੜਾ ਦਫੜੀ ਮੱਚੀ ਹੈ, ਛੇਤੀ ਨਾਲ ਛੱਡਿਆ, ਕਈ ਕੁਝ ਰਹਿ ਗਿਆ। ਜਦੋਂ ਜਾਮ ਆ ਕੇ ਸਰਾਣੇ ਖੜ ਗਏ ਨਾ, ਉਦੋਂ ਬੜੀ ਕਾਹਲੀ ਉਹਨਾਂ ਨੇ ਮਚਾਉਣੀ, ਐਸੀ ਕਾਹਲੀ ਮਚਾਉਣਗੇ ਫਿਰ ਨਾ ਉਦੋਂ ਰਾਮ ਨਿਕਲਣਾ, ਨਾ ਅੱਲਾ ਨਿਕਲਣਾ, ਨਾ ਵਾਹਿਗੁਰੂ ਨਿਕਲਣਾ, ਉਦੋਂ ਤੇ ਹਾਏ ਨਿਕਲਣਾ। ਬਸ ਨਾਲ ਹੀ ਅੱਖਾਂ ਬੰਦ ਹੋ ਜਾਣੀਆਂ। ਗੁਰੂ ਪਾਤਸ਼ਾਹ ਕਹਿਣ ਲੱਗੇ ਅੰਤ ਨਾ ਸਾਹਿਬ ਸਿਮਰਿਆ ਜਾਈ। ਜਿਨ੍ਹਾਂ ਨੇ ਜਿਉਂਦਿਆਂ ਨਹੀਂ ਨਾ ਕਦੇ ਜਪਿਆ,
ਉਹ ਅੰਤ ਵੇਲੇ ਵੀ ਉਹਨੂੰ ਜਪ ਨਹੀਂ ਸਕਦੇ ਹਨ। ਸੁਰਤ ਮਤ ਨਾਹੀ ਚਤੁਰਾਈ। ਮਹਾਰਾਜ ਦੇ ਅੱਗੇ ਬੇਨਤੀ ਕਰ, ਮਹਾਰਾਜ ਮੇਰੇ ਕੋਲ ਚੰਗੀ ਸੁਰਤ ਨਹੀਂ ਹੈ, ਨਾ ਮੇਰੇ ਕੋਲ ਚੰਗੀ ਮਤ ਹੈ, ਨਾ ਮੇਰੇ ਕੋਲ ਕੋਈ ਚਤੁਰਾਈ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਸੁਰਤ ਨਾਮ ਹੈ ਵੇਦਾਂ ਦਾ, ਵੇਦ ਤੋਂ ਭਾਵ ਹੁੰਦਾ ਗਿਆਨ। ਨਾ ਮੇਰੇ ਕੋਲ ਚੰਗੇ ਗਿਆਨ ਵਾਲੀ ਮਤ ਕਹੀਏ ਕੋਈ ਸਿਧਾਂਤ ਹੈ, ਮੇਰੇ ਕੋਲ ਗਿਆਨ ਦਾ ਕੋਈ ਸਿਧਾਂਤ ਨਹੀਂ ਹੈ। ਗਿਆਨ ਦਾ ਸਿਧਾਂਤ ਤੇ ਦੂਰ ਦੀ ਗੱਲ ਹੈ, ਸਾਡੇ ਕੋਲ ਤੇ ਖਾਣ ਦਾ ਸਿਧਾਂਤ ਨਹੀਂ ਹੈ। ਜਦੋਂ ਜੀ ਆਇਆ ਬੱਕਰੀ ਵਾਂਗੂ ਉਦੋਂ ਹੀ ਮੂੰਹ ਮਾਰਨ ਲੱਗ ਪੈਣਾ। ਸਾਡੇ ਕੋਲ ਤੇ ਖਾਣ ਦਾ ਟਾਈਮ ਟੇਬਲ ਨਹੀਂ ਹੈ ਵੀ ਕਿਹੜੀ ਚੀਜ਼ ਖਾਣੀ ਹੈ, ਕਿਹੜੀ ਨਹੀਂ ਖਾਣੀ, ਕਿਹੜੀ ਕਦੋਂ ਖਾਣੀ ਹੈ। ਭਾਵੇਂ ਰਾਤ ਹੋਵੇ ਦਿਨੇ ਹੋਵੇ, ਮਿਲਣਾ ਚਾਹੀਦਾ ਹੈ। ਸਾਡੇ ਕੋਲ ਤੇ ਖਾਣ ਦਾ ਸਿਧਾਂਤ ਨਹੀਂ, ਤੇ ਰੱਬ ਨੂੰ ਜਪਣ ਦਾ ਸਿਧਾਂਤ ਅਸੀਂ ਕਿੱਥੋਂ ਲੈ ਆਵਾਂਗੇ। ਸੁਰਤ ਮਤ ਨਾ ਹੀ ਚਤੁਰਾਈ। ਮਹਾਰਾਜ ਨਾ ਮੇਰੇ ਕੋਲ ਵੇਦਾਂ ਦਾ ਗਿਆਨ ਹੈ, ਨਾ ਮੇਰੇ ਕੋਲ ਮਤ ਕਹੀਏ ਸਿਧਾਂਤ ਹੈ ਵੀ ਵੇਦ ਵਿੱਚ ਲਿਖਿਆ ਕੀ ਹੈ ਮੈਂ ਉਹੀ ਕਮਾ ਲਵਾਂ। ਕਮਾਇਆ ਨਹੀਂ ਜਾਂਦਾ। ਗ੍ਰੰਥ ਕੇਵਲ ਪੜ੍ਹਨ ਤੱਕ ਹੀ ਆ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆ ਖਾਤ। ਕੇਵਲ ਗ੍ਰੰਥ ਪੜ੍ਹੇ ਜਾਂਦੇ, ਪੜ੍ਹ ਪੜ੍ਹ ਕੇ ਸੁਣੇ ਸੁਣਾਏ ਜਾਂਦੇ, ਅਮਲ ਕੋਈ ਨਹੀਂ ਕਰਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਸੁਰਤ ਮਤ ਨਾਹੀ ਚਤੁਰਾਈ। ਗੁਰਮੁਖੋ ਸੁਰਤ ਨਾਮ ਹੈ ਗਿਆਨ ਦਾ। ਮਹਾਰਾਜ ਮੇਰੇ ਕੋਲ ਗਿਆਨ ਵੀ ਨਹੀਂ ਹੈ, ਗਿਆਨ ਵਾਲੀ ਮਤ ਮੇਰੇ ਕੋਲ ਕੋਈ ਨਹੀਂ ਹੈ, ਮੈਨੂੰ ਤੇ ਗਿਆਨ ਵੀ ਨਹੀਂ ਆਇਆ ਹੈ। ਇਹ ਦੂਜਾ ਅਰਥ ਵਿਦਵਾਨਾਂ ਨੇ ਕੀਤਾ, ਸੁਰਤ ਨਾਮ ਗਿਆਨ ਦਾ, ਮੇਰੇ ਕੋਲ ਗਿਆਨ ਨਹੀਂ ਹੈ, ਮੈਂ ਕੀ ਕਰਾਂਗਾ। ਮਹਾਰਾਜ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਇਹ ਮੇਰੀ ਹਾਲਤ ਹੈ। ਫਿਰ ਫਰਮਾਉਂਦੇ ਹਨ, ਸੁਰਤ ਮਤ ਨਾਹੀ ਚਤੁਰਾਈ। ਸੁਰਤ ਤੋਂ ਭਾਵ ਲੈ ਲੈਣਾ ਸੋ ਰਤ, ਦੋਨਾਂ ਨੂੰ ਵੱਖੋ ਵੱਖਰੇ ਕਰ ਦੇਣਾ। ਸੋ ਨਾਮ ਸ੍ਰੇਸ਼ਟ, ਰਤ ਨਾਮ ਪ੍ਰੀਤੀ। ਮਹਾਰਾਜ ਮੇਰੇ ਵਿੱਚ ਸ੍ਰੇਸ਼ਟ ਪ੍ਰੀਤੀ ਵੀ ਨਹੀਂ ਹੈ, ਚੰਗਾ ਪਿਆਰ ਵੀ ਨਹੀਂ ਹੈ। ਜੀ ਕੀਤਾ ਗੁਰਦੁਆਰੇ ਆਵਾਂਗਾ, ਜੀ ਕੀਤਾ ਮੱਥਾ ਟੇਕਾਂਗਾ, ਜੀ ਕੀਤਾ ਬਾਣੀ ਪੜਾਂਗਾ। ਅੱਜ ਨਹੀਂ ਪੜ੍ਹੇਗੀ ਤਾਂ ਕੀ ਹੋਇਆ, ਕੱਲ ਪੜ੍ਹ ਲਵਾਂਗੇ। ਇਹ ਚੰਗੀ ਪ੍ਰੀਤੀ ਨਹੀਂ ਹੈ। ਚੰਗੀ ਪ੍ਰੀਤੀ ਇਹ ਹੈ, ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀ। ਇਹ ਹੈ ਸ੍ਰੇਸ਼ਟ ਪ੍ਰੀਤੀ ਵੀ ਮੈਂ ਗੁਰੂ ਤੋਂ ਦਰਸ਼ਨ ਕੀਤੇ ਬਿਨਾਂ ਰਹਿ ਹੀ ਨਹੀਂ ਸਕਦਾ। ਆਪਾਂ ਕਿੰਨੀ ਸੰਗਤ ਦੇ ਰੂਪ ਵਿੱਚ ਬੈਠੇ ਹਾਂ ਦਰਬਾਰ ਵਿੱਚ, ਤੇ ਜਿੱਦਣ ਕਿਤੇ ਮੀਂਹ ਪੈਣ ਲੱਗ ਪਵੇ ਉਦੋਂ ਨਹੀਂ ਆਇਆ ਜਾਂਦਾ ਆਪਣੇ ਤੋਂ। ਪਰ ਜਿਨ੍ਹਾਂ ਦੀ ਪ੍ਰੀਤੀ ਹੈ ਨਾ, ਉਹ ਨਹੀਂ ਵੇਖਦੇ ਵੀ ਮੀਂਹ ਪੈਂਦਾ ਹੈ, ਝੱਖੜ ਝਾਗੀ ਮੀਂਹੋਂ ਵਰਸੈ। 5-7 ਉਹ ਸਰੀਰ ਨੇ ਆਉਂਦੇ ਹੀ ਆਉਂਦੇ ਨੇ, ਭਾਵੇਂ ਮੀਂਹ ਪਵੇ। ਇੰਨਿਆਂ ਸਾਰਿਆਂ ਵਿੱਚ ਉਹ 5-7 ਹੀ ਨੇ। ਆਪਾਂ ਨੂੰ ਤੇ ਜੇ ਸਮਾਂ ਮਿਲਿਆ ਤੇ ਤਾਂ ਆ ਗਏ, ਨਹੀਂ ਮਿਲਿਆ ਤੇ ਰਹਿ ਗਏ। ਸਾਡੇ ਵਿੱਚ ਸ੍ਰੇਸ਼ਟ ਪ੍ਰੀਤੀ ਨਹੀਂ ਹੈ। ਸ੍ਰੇਸ਼ਟ ਪ੍ਰੀਤੀ ਉਹਨਾਂ ਵਿੱਚ ਹੈ ਜਿਹੜੇ ਤੇਰੇ ਦਰ 'ਤੇ ਹਰ ਵੇਲੇ ਆਉਂਦੇ ਨੇ। ਮਹਾਰਾਜ ਸੁਰਤ ਮਤ ਨਾਹੀ ਚਤੁਰਾਈ, ਮੇਰੇ ਵਿੱਚ ਸ੍ਰੇਸ਼ਟ ਮਤ ਵੀ ਨਹੀਂ, ਪ੍ਰੀਤੀ ਵੀ ਨਹੀਂ ਹੈ, ਅਤੇ ਚਤੁਰਾਈ ਜਿਹੜੀ ਸਿਆਣਪ ਪਰਮਾਤਮਾ ਨੂੰ ਪਾਉਣ ਵਾਲੀ ਉਹ ਵੀ ਨਹੀਂ ਹੈ। ਕਰ ਕਿਰਪਾ ਪ੍ਰਭ ਲਾਵੋ ਪਾਈ। ਸਤਿਗੁਰੂ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈਣਾ ਕਰੋ। ਖਰੀ ਸਿਆਣੀ ਕੰਤ ਨਾ ਭਾਣੀ। ਮੈਂ ਖਰੀ ਸਿਆਣੀ, ਦੁਨੀਆ ਦੇ ਕੰਮ ਕਰਨੇ ਮੈਨੂੰ ਬੜੇ ਚੰਗੇ ਆਉਂਦੇ। ਕਿਹਨੂੰ ਕਿੰਨੇ ਸੂਟ ਲਾਉਣੇ ਨੇ, ਕਿਹਦੇ ਕੋਲੋਂ ਸੂਟ ਮਾੜਾ ਆਇਆ ਸੀ, ਕਿਹਨੂੰ ਚੰਗਾ ਸ਼ਗਨ ਦਿੱਤਾ ਸੀ, ਕਿੱਥੋਂ ਕੀ ਖਾਧਾ ਸੀ, ਕਿਹਨੇ ਕੀ ਸੇਵਾ ਕੀਤੀ ਹੈ। ਮਹਾਰਾਜ ਇਹ ਤੇ ਮੈਨੂੰ ਸਾਰਾ ਹੀ ਪਤਾ ਹੈ। ਇਹ ਤੇ ਮੈਨੂੰ ਕਾਪੀ 'ਤੇ ਲਿਖਣ ਦੀ ਲੋੜ ਨਹੀਂ ਹੈ। ਆਪਾਂ ਦੇਣ ਲੈਣ ਦਾ ਸਮਾਨ ਦਿੰਦੇ ਨਾ, ਬੀਬੀਆਂ ਸੂਟ ਵਗੈਰਾ ਦਿੰਦੀਆਂ, ਜਦੋਂ ਕੋਈ ਰਿਸ਼ਤੇਦਾਰ ਆਉਂਦਾ ਜਾਂਦਾ, ਉਹ ਲਿਖਦੀਆਂ ਥੋੜ੍ਹਾ ਕਾਪੀ ਦੇ ਉੱਪਰ ਵੀ ਫਲਾਣੇ ਨੇ ਕਿੰਨੇ ਸੂਟ ਦਿੱਤੇ ਜਾਂ ਕਿਵੇਂ ਦੇ ਦਿੱਤੇ। ਉਹਨਾਂ ਨੂੰ ਚੇਤਾ ਰਹਿੰਦਾ ਵੀ ਇਹਨੇ ਮੈਨੂੰ 2 ਸਾਲ ਪਹਿਲਾਂ ਆ ਭੈੜਾ ਸੂਟ ਦਿੱਤਾ ਸੀ, ਮੇਰੇ ਕੰਮ ਨਹੀਂ ਆਇਆ, ਤੇ ਮੈਂ ਵੀ ਭੈੜਾ ਹੀ ਕੱਢ ਕੇ ਦੇਣਾ ਹੈ। ਦੁਨੀਆ ਦੇ ਕੰਮ ਕਰਨ ਦੀ ਚਤੁਰਾਈ ਹੈ, ਸਿਆਣਪ ਹੈ ਵੀ ਕਿਹੜਾ ਕਿਸੇ ਨੂੰ ਕੀ ਦੇਣਾ ਹੈ, ਕੀ ਲੈਣਾ ਹੈ, ਕੀ ਖਾਣਾ ਹੈ। ਪਰ ਮਹਾਰਾਜ ਬਚਨ ਇਹ ਹੈ, ਬਖਸ਼ਿਸ਼ ਕਰਦੇ ਹਨ। ਮਾਇਆ ਲਾਗੀ ਭਰਮ ਭੁਲਾਣੀ। ਪਰ ਮਾਇਆ ਦੇ ਵਿੱਚ ਲੱਗਣ ਕਰਕੇ ਮਹਾਰਾਜ ਕੰਤ ਨਾ ਭਾਣੀ, ਮੈਂ ਪਰਮਾਤਮਾ ਨੂੰ ਭਾ ਨਹੀਂ ਸਕੀ। ਦੁਨੀਆ ਦੀ ਸਿਆਣਪ ਤੇ ਮੇਰੇ ਕੋਲ ਬੜੀ ਸੀ ਵੀ ਕਿਹਨੂੰ ਕੀ ਦੇਣਾ, ਕੀ ਲੈਣਾ।
ਮਾਇਆ ਨੇ ਮੂੰਹ ਇਹੋ ਜਿਹਾ ਪਾਇਆ, ਮੈਨੂੰ ਵਿਗਾੜ ਦਿੱਤਾ, ਮੈਂ ਪ੍ਰਮਾਤਮਾ ਨੂੰ ਭਾ ਨਹੀਂ ਸਕੀ, ਚੰਗੀ ਨਹੀਂ ਲੱਗੀ। ਹਾਂ ਹਉ ਮੈਂ ਜਾਈ ਤਾਂ ਕੰਤ ਸਮਾਈ। ਜੇ ਹਉਮੈ ਚਲੀ ਜਾਵੇ ਨਾ, ਹੰਕਾਰ ਚਲਾ ਜਾਵੇ, ਫਿਰ ਪ੍ਰਮਾਤਮਾ ਦੇ ਵਿੱਚ ਸਮਾਇਆ ਜਾਂਦਾ ਹੈ। ਤੋ ਕਾਮਣ ਪਿਆਰੇ ਨਵਨਿਤ ਪਾਈ। ਜੀਵ ਰੂਪ ਇਸਤਰੀ ਨਵਨਿਧੀ ਪ੍ਰਮਾਤਮਾ ਨੂੰ ਪਾ ਲੈਂਦੀ ਹੈ। ਅਨਕ ਜਨਮ ਵਿਛੜਤ ਦੁੱਖ ਪਾਇਆ। ਮਹਾਰਾਜ ਬੜੇ ਜਨਮ ਹੋ ਗਏ, ਵਿਛੜਿਆਂ ਨੂੰ ਦੁੱਖ ਪਾਉਂਦੇ ਪਏ। ਹਾਂ ਕਰ ਗਏ ਲਿਹੋ ਪ੍ਰੀਤਮ ਪ੍ਰਭ ਰਾਇਆ। ਰਾਜੇ ਸਰੂਪ ਪ੍ਰਮਾਤਮਾ ਮੇਰਾ ਹੱਥ ਆਪ ਜੀ ਫੜ ਲੈਣਾ ਕਰੋ, ਮੇਰਾ ਮਨ ਰੂਪੀ ਹੱਥ ਆਪ ਜੀ ਫੜ ਕੇ ਤਾਰ ਦੇਣਾ ਕਰੋ। ਪੰਤ ਨਾਨਕ ਸੋ ਹੈ ਵੀ ਹੋਸੀ। ਸਤਿਗੁਰੂ ਕਹਿਣ ਲੱਗੇ ਉਹ ਪ੍ਰਮਾਤਮਾ ਜਿਹੜਾ ਮਾਲਕ ਹੈ ਨਾ, ਪਤੀ ਹੈ ਹੁਣ ਵੀ, ਭੀ ਪਿੱਛੇ ਵੀ, ਹੋਸੀ ਅੱਗੇ ਵੀ ਹੋਵੇਗਾ, ਹਰ ਸਮੇਂ ਵਿੱਚ ਉਹ ਪ੍ਰਮਾਤਮਾ ਹੈ। ਜੈ ਭਾਵੇ ਪਿਆਰਾ ਤੈ ਰਵੇਸੀ। ਪ੍ਰਮਾਤਮਾ ਨੂੰ ਜਿਹੜਾ ਭਾ ਜਾਵੇ, ਜਿਹੜਾ ਚੰਗਾ ਲੱਗੇ, ਪ੍ਰਮਾਤਮਾ ਉਹਨੂੰ ਹੀ ਰਾਵੇਸੀ ਕਹੀਏ ਮਾਨਦਾ ਹੈ। ਪ੍ਰਮਾਤਮਾ ਉਹਨੂੰ ਕਬੂਲ ਕਰਦਾ ਹੈ ਜਿਹੜਾ ਪ੍ਰਮਾਤਮਾ ਨੂੰ ਚੰਗਾ ਲੱਗੇ। ਤੂੰ ਜਿੰਨਾ ਮਰਜ਼ੀ ਚੰਗਾ ਬਣ ਕੇ ਵਿਖਾਈ ਜਾ, ਉਹਨਾਂ ਚਿਰ ਕਬੂਲ ਨਹੀਂ ਹੋਣਾ ਜਿੰਨਾ ਚਿਰ ਗੁਰੂ ਨੂੰ ਚੰਗਾ ਨਹੀਂ ਲੱਗਦਾ ਹੈ। ਜਦੋਂ ਉਹਨੂੰ ਚੰਗਾ ਲੱਗਦਾ ਫਿਰ ਉਹ ਉਹਨੂੰ ਆਪਣੇ ਕੋਲ ਬੁਲਾਉਂਦਾ ਹੈ, ਫਿਰ ਉਹਨੂੰ ਆਪਣੀ ਸ਼ਰਨ ਵਿੱਚ ਲੈ ਕੇ ਆਉਂਦਾ, ਫਿਰ ਬਖਸ਼ਿਸ਼ ਕਰਦਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਪੰਤ ਨਾਨਕ ਸੋ ਹੈ ਵੀ ਹੋਸੀ। ਜੈ ਭਾਵੇ ਪਿਆਰਾ ਤੈ ਰਵੇਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।